ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ। ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗਰੀਆ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ। ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਇਹੋ ਆਧਾਰ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।
ਬੇਸਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰਾ ਮਹਲਾ ਪੰਜਵਾ। ਸਭ ਤੇ ਉੱਚਾ ਜਾ ਕਾ ਨਾਉ। ਸਦਾ ਸਦਾ ਤਾਕੇ ਗੁਣ ਗਾਓ। ਜਿਸ ਸਿਮਰਤ ਸਗਲਾ ਤੁਕ ਜਾਏ। ਸਰਬ ਸੁਖ ਵਸੇ ਮਨ ਆਏ। ਸਭ ਤੇ ਉੱਚਾ ਜਾ ਕਾ ਨਾਉ। ਸਦਾ ਸਦਾ ਤਾਕੇ ਗੁਣ ਗਾਓ। ਜਿਸ ਸਿਮਰਤ ਸਗਲਾ ਤੁਕ ਜਾਏ। ਸਰਬ ਸੁਖ ਵਸੇ ਮਨ ਆਏ। ਸਿਮਰ ਮਨਾ ਤੁਮ ਸਾਚਾ ਸੋਏ। ਹਲਤ ਪਲਤ ਤੁਮਰੀ ਕਤ ਹੋਏ। ਰਹਾਉ ਪੁਰਖ ਨਿਰੰਜਨ ਸਿਰਜਣਹਾਰ। ਜੀਅ ਜੰਤ ਦਿਵੈ ਆਹਾਰ। ਕੋਟ ਖਤੇ ਖਿਨ ਬਖਸ਼ਣਹਾਰ। ਭਗਤ ਭਾਏ ਸਦਾ ਨਿਸਤਾਰ। ਸਾਚਾ ਧਨ ਸਾਚੀ ਵਡਿਆਈ। ਗੁਰ ਪੂਰੇ ਤੇ ਨਿਹਚਲ ਮਤ ਪਾਈ। ਕਰ ਕਿਰਪਾ ਜਿਸ ਰਾਖਨ ਹਾਰਾ। ਤਾਕਾ ਸਕਲ ਮਿਟੈ ਅੰਧਿਆਰਾ। ਪਾਰ ਬ੍ਰਹਮ ਸਿਉ ਲਾਖੋ ਰੰਗ। ਪਾਰ ਬ੍ਰਹਮ ਸਿਉ ਲਾਖੋ ਧਿਆਨ। ਪੂਰਨ ਪੂਰ ਰਹਿਓ ਨਿਰਵਾਨ। ਰਾਮ ਕੋ ਮੇਟ ਮਿਲੇ ਗੋਪਾਲ। ਨਾਨਕ ਕੋ ਕਰ ਭਏ ਦਇਆਲ। ਪਾਰ ਬ੍ਰਹਮ ਸਿਉ ਲਾਖੋ ਧਿਆਨ। ਪੂਰਨ ਪੂਰ ਰਹਿਓ ਨਿਰਵਾਨ। ਬ੍ਰਹਮ ਕੋ ਮੇਟ ਮਿਲੇ ਗੋਪਾਲ। ਨਾਨਕ ਕੋ ਕਰ ਭਏ ਦਇਆਲ। ਪੈਰਾ ਮਹਲਾ ਪੰਜਵਾ। ਸਭ ਤੇ ਉੱਚਾ ਜਾ ਕਾ ਨਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਤਖਤ ਜਬਰ ਛਤਰ ਦੇ ਮਾਲਕ। ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ ਅੰਤਰਜਾਮੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਰਾਤਰੀ ਦਾ ਚੌਥਾ ਪਹਿਰ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਦਇਆ ਸਦਕਾ
ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸਤ ਸੰਗਤ ਦੀਆਂ ਇਹਨਾਂ ਘੜੀਆਂ ਦੇ ਵਿੱਚ ਆਪਣੇ ਜੀਵਨ ਦੀ ਸਫਲਤਾ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਉਸ ਨੂੰ ਕਹਿੰਦੇ ਹਨ ਜਿੱਥੇ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਗੱਲ ਹੋਵੇ। ਔਰ ਸਤਿਗੁਰਾਂ ਨੇ ਇਹੀ ਸਾਨੂੰ ਹੁਕਮ ਬਖਸ਼ਿਆ ਕਿ ਭਾਈ ਇੱਕ ਨਾਮ ਹੀ ਪਰਲੋਕ ਵਿੱਚ ਜੀਵ ਦੀ ਸਹਾਇਤਾ ਕਰਨ ਵਾਲਾ ਹੈ। ਇੱਕ ਨਾਮ ਜਪਣ ਵਾਸਤੇ ਹੀ ਸਾਰੇ ਸੰਸਾਰ ਦੇ ਵਿੱਚ ਜੀਵ ਆਏ ਹੋਏ ਹਨ। ਔਰ ਇੱਕ ਹੀ ਨਾਮ ਸਾਰਿਆਂ ਦੇ ਸਿਰਾਂ ਤੇ ਹੁਕਮ ਕਰਦਾ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਗੁਰਬਾਣੀ ਦੀ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋਂ ਮਹਲਾ ਪੰਜਵਾ। ਸਭ ਤੇ ਉੱਚਾ ਜਾਗਾ ਨਾਉ। ਸਾਧ ਸੰਗਤ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਪ੍ਰਥਾਏ ਭੱਟ ਸਹਿਬਾਨਾਂ ਦੇ ਬਚਨ ਹਨ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਬੂਟਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ, ਜਿਨ੍ਹਾਂ ਨੂੰ ਜਪਣ ਕਰਕੇ, ਜਿਨ੍ਹਾਂ ਦਾ ਨਾਮ ਲੈਣ ਕਰਕੇ ਜਨਮਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਹਨ। ਆਦਿ ਵਿਆਧੀ ਉਪਾਧੀ ਤਾਪ ਨਸ ਜਾਂਦੇ ਨੇ। ਜੀਵ ਦੀ ਜਨਮਾਂ ਜਨਮਾਂ ਦੀ ਭਟਕਣਾ ਖਤਮ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਭੈਰੋਂ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਭ ਤੇ ਉੱਚਾ ਜਾ ਕਾ ਨਾਉ। ਹੇ ਭਾਈ, ਸਭ ਤੋਂ ਉੱਚਾ ਜਿਸ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ। ਪਰਮੇਸ਼ਰ ਵਾਹਿਗੁਰੂ ਸਾਰੇ ਜੀਵਾਂ ਤੋਂ ਸ਼੍ਰੋਮਣੀ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਵੱਡਾ ਸਾਹਿਬ, ਉੱਚਾ ਥਾਉ। ਉਹ ਸਾਹਿਬ ਮਾਲਕ ਵੀ ਵੱਡਾ ਹੈ ਤੇ ਉਸ ਦਾ ਥਾਂ ਵੀ ਸਭ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ। ਉਸ ਉੱਚੇ ਪਰਮਾਤਮਾ ਤੋਂ ਉਸ ਦਾ ਨਾਮ ਹੀ ਉੱਚਾ ਹੈ। ਨਾਮ ਕਰਕੇ ਹੀ ਕਿਸੇ ਵਸਤੂ ਦੀ, ਕਿਸੇ ਵਿਅਕਤੀ ਦੀ, ਕਿਸੇ ਥਾਂ ਦੀ ਪਛਾਣ ਹੁੰਦੀ ਹੈ। ਸਾਧ ਸੰਗਤ, ਇਸ ਤਰ੍ਹਾਂ ਜੋ ਨਾਮ ਤੇ ਨਾਮੀ ਦੋਹੇ ਆਪਸ ਵਿੱਚ ਅਭੇਦ ਹੁੰਦੇ ਹਨ। ਨਾਮ ਹੀ ਨਾਮੀ ਤੱਕ ਲੈ ਕੇ ਜਾਣ ਵਾਸਤੇ ਸਮਰੱਥ ਹੁੰਦਾ ਹੈ।
ਤੇ ਪਰਮਾਤਮਾ ਦਾ ਨਾਮ ਜੋ ਸਦਾ ਸਦਾ ਹੈ, ਉਹ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਿੱਚ ਸਮਰੱਥ ਹੈ। ਜਿਨ੍ਹਾਂ ਗੁਰਮੁਖਾਂ ਨੇ ਲੱਖਣਾ ਬਿਰਤੀ ਦੁਆਰਾ ਨਾਮ ਨੂੰ ਜਪ ਕੇ ਆਪਣੇ ਸਰੂਪ ਦੀ ਪਛਾਣ ਕੀਤੀ ਹੈ, ਉਹ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਪਰਮਾਤਮਾ ਦਾ ਨਾਮ ਸਤਿਗੁਰੂ ਕਹਿੰਦੇ ਉੱਚੇ ਤੋਂ ਵੀ ਉੱਚਾ ਹੈ। ਨਾਮ ਜਪਣ ਕਰਕੇ ਸਾਰੇ ਸਾਧਨ ਸਫਲੇ ਹੁੰਦੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨੇ, ਜੋਗ ਜਪ ਜਗ ਨਿਹਫਲ ਤਿਹ ਮਾਨੋ, ਜੋ ਹਰ ਜਸ ਬਿਸਰਾਵੇ। ਜੇ ਕੋਈ ਪਰਮਾਤਮਾ ਦਾ ਨਾਮ ਨਹੀਂ ਜਪਦਾ, ਭਾਵੇਂ ਉਹ ਕਿੰਨੇ ਵੀ ਜੋਗ ਕਮਾ ਲੇ, ਭਾਵੇਂ ਉਹ ਕਿੰਨੇ ਵੀ ਜਗ ਕਰ ਲੈਣਾ ਕਰੇ, ਪਰ ਸਾਰੇ ਹੀ ਉਸਦੇ ਵਿਅਰਥ ਹਨ। ਹਰ ਬੈਨ ਅਵਰ ਕਿਰਿਆ ਬਿਰਥੀ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਰਾਗ ਅੰਦਰ ਵੀ ਫਰਮਾਉਂਦੇ ਨੇ, ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਕਰਮ ਕਾਂਡ ਹਨ ਸਾਰੇ ਵਿਅਰਥ ਨੇ। ਕਿਸੇ ਦੇਵੀ ਦੇਵਤੇ ਤੇ ਨਾਮ ਦਾ ਜਪ ਕੀਤਾ ਹੋਵੇ, ਕੋਈ ਰਾਜਸੀ ਤਾਮਸੀ ਸਾਂਤਕੀ ਤਪ ਕੀਤਾ ਹੋਵੇ, ਕੋਈ ਸਾਧ ਸੰਗ ਸੰਜਮ ਕੀਤਾ ਹੋਵੇ, ਇਹ ਜਿਹੜੇ ਕਰਮ ਕਮਾਉਣੇ ਹਨ, ਮਹਾਰਾਜ ਕਹਿੰਦੇ ਓਰੈ ਮੂਸੇ। ਇਹ ਪਰਲੋਕ ਵਿੱਚ ਜੀਵ ਦੇ ਨਾਲ ਨਹੀਂ ਜਾਂਦੇ। ਇਹਨਾਂ ਕਰਮਾਂ ਨੂੰ ਤਾਂ ਜਿਹੜੇ ਜਮ ਹਨ, ਉਹ ਰਸਤੇ ਵਿੱਚ ਹੀ ਜੀਵ ਤੋਂ ਲੁੱਟ ਲੈਂਦੇ ਨੇ ਔਰ ਜੀਵ ਖਾਲੀ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਤੀਰਥ ਬ੍ਰਤ ਨੇਮ ਇਹ ਜਿਹੜੇ ਸਾਧਨ ਹਨ, ਸੰਜਮ ਜੀਵ ਕਰ ਲੈਣਾ ਕਰੇ। ਤੀਰਥ ਬਰਤ ਸੰਜਮ ਕਰੈ, ਤਿਨ ਕਾ ਆਡ ਨਾ ਪਾਇਆ। ਇਹਨਾਂ ਦਾ ਜੀਵ ਨੂੰ ਕੌਡੀ ਜਿੰਨਾ ਵੀ ਮੁੱਲ ਪ੍ਰਾਪਤ ਨਹੀਂ ਹੁੰਦਾ। ਕੋਈ ਮਨੁੱਖ ਕਿੰਨੇ ਵੀ ਇਹ ਕਰਮ ਕਰ ਲੈਣਾ ਕਰੇ, ਪਰ ਮਹਾਰਾਜ ਕਹਿੰਦੇ ਇਹਨਾਂ ਦਾ ਜੀਵ ਦੇ ਤਾਈਂ ਕੌਡੀ ਜਿੰਨਾ ਮੁੱਲ ਵੀ ਪ੍ਰਾਪਤ ਨਹੀਂ ਹੁੰਦਾ। ਆਗੈ ਚਲਣ ਔਰ ਹੈ ਭਾਈ, ਊਹਾਂ ਕਾਮ ਨਾ ਆਇਆ। ਪਰਲੋਕ ਦੇ ਵਿੱਚ ਤਾਂ ਨਾਲ ਨਿਭਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਨਾਮ ਤੋਂ ਬਿਨਾਂ ਜਿਹੜੇ ਹੋਰ ਕਰਮ ਧਰਮ ਜੀਵ ਭਾਵੇਂ ਕਿੰਨੇ ਵੀ ਕਰਦਾ ਹੈ, ਉਹ ਸਾਰੇ ਹੀ ਵਰਤ ਨੇਮ ਸੰਜਮ ਮਹਿ ਰਹਿਤਾ। ਇਹ ਸਾਧ ਸੰਗਤ ਜੀਵ ਦੇ ਕਿਸੇ ਤਰ੍ਹਾਂ ਵੀ ਪਰਲੋਕ ਵਿੱਚ ਨਾਲ ਨਹੀਂ ਨਿਭਦੇ। ਫਿਰ ਸਤਿਗੁਰੂ ਮਹਾਰਾਜ ਕਹਿੰਦੇ, ਤੀਰਥਾਂ ਤੇ ਜਾ ਕਰਕੇ ਜੀਵ ਰਹਿਣ ਲੱਗ ਜਾਵੇ। ਤੀਰਥਾਂ ਤੇ ਨਹਾਉਣ ਲੱਗ ਜਾਣਾ ਕਰੇ ਤੇ ਫਿਰ ਤਿਆਗੀ ਬਣ ਕਰਕੇ ਰਹਿਣ ਲੱਗ ਜਾਵੇ। ਤੀਰਥ ਨਹਾਏ ਧਰਤੀ ਭ੍ਰਮਤਾ। ਇਹਨਾਂ ਸਾਧਨਾ ਕਰਕੇ ਵੀ ਆਗੈ ਠੌਰ ਨਾ ਪਾਵੈ। ਪਰਲੋਕ ਦੇ ਵਿੱਚ ਥਾਂ ਪ੍ਰਾਪਤ ਨਹੀਂ ਹੁੰਦੀ, ਜਗ੍ਹਾ ਨਹੀਂ ਮਿਲਦੀ। ਉਹਾਂ
ਚਲਣ ਔਰ ਹੈ ਭਾਈ, ਉਹ ਲੋਕਨ ਹੀ ਪਤੀ ਆਵੈ। ਮਹਾਰਾਜ ਕਹਿੰਦੇ ਭਾਈ, ਉਹ ਜੀਵ ਤਾਂ ਕੇਵਲ ਲੋਕਾਂ ਨੂੰ ਹੀ ਖੁਸ਼ ਕਰਦੇ ਹਨ ਕਿ ਅਸੀਂ ਧਰਮੀ ਹਾਂ ਅਤੇ ਧਰਮ ਕਮਾਇਆ ਹੈ, ਪਰ ਪਰਲੋਕ ਵਿੱਚ ਉਹਨਾਂ ਦਾ ਇਹ ਕੋਈ ਕਮਾਈ ਕੀਤੀ ਹੋਈ ਸਹਾਇਤਾ ਨਹੀਂ ਕਰਦੀ। ਚਾਰ ਵੇਦ ਮੁਖਾਕਰ ਉਚਰੈ, ਬੂਝੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਕੋਈ ਚਾਰੇ ਵੇਦਾਂ ਨੂੰ ਆਪਣੇ ਮੁਖ ਤੋਂ ਜ਼ੁਬਾਨੀ ਕਥਨ ਕਰ ਲੈਂਦਾ ਹੋਵੇ, ਫਿਰ ਕਈ ਤਰ੍ਹਾਂ ਦੇ ਨਾਲ ਹੋਰ ਗ੍ਰੰਥ ਵੀ ਪੜ੍ਹਿਆ ਹੋਇਆ ਹੋਵੇ, ਚਰਚਾ ਕਰਦਾ ਹੋਵੇ, ਵਿਤੰਡਾਵਾਦ ਕਰਦਾ ਹੋਵੇ, ਚਾਰ ਵੇਦ ਮੁਖਾਕਰ ਉਚਰੈ, ਆਗੈ ਮਹਿਲ ਨਾ ਪਾਵੈ, ਪਰ ਉਸ ਨੂੰ ਆਪਣਾ ਜੋ ਤੁਰੀਆ ਅਵਸਥਾ ਹੈ ਜਾਂ ਅੱਗੇ ਸੱਚਖੰਡ ਰੂਪ ਮਹਿਲ ਦੀ ਪ੍ਰਾਪਤੀ ਨਹੀਂ ਹੁੰਦੀ। ਬੂਝੈ ਨਾਹੀ ਏਕ ਸੁਧਾਖਰ, ਉਹ ਸਗਲੀ ਝਾਖ ਚਖਾਈਐ। ਜਿਹਨੇ ਇੱਕ ਪਰਮਾਤਮਾ ਦੇ ਨਾਮ ਨੂੰ ਨਹੀਂ ਬੁੱਝਣਾ ਕੀਤਾ, ਆਪਣੇ ਹਿਰਦੇ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਤਾਂ ਮਹਾਰਾਜ ਕਹਿੰਦੇ ਭਾਈ ਉਹ ਕੇਵਲ ਝੱਖਾਂ ਹੀ ਮਾਰਦੇ ਪਏ ਨੇ। ਨਾਨਕ ਕਹਿ ਤੋ ਇਹੋ ਵਿਚਾਰਾ, ਜੋ ਕਮਾਵੈ ਸੋ ਪਾਰ ਗ੍ਰਾਮੀ, ਗੁਰ ਸੇਵਹੋ ਅਰ ਨਾਮ ਧਿਆਵਹੋ, ਤਿਆਗੋ ਮਨਹੁ ਗਵਾਨੇ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਇਹੀ ਵਿਚਾਰ ਕਹਿੰਦੇ ਹਾਂ, ਜੋ ਇਸ ਨੂੰ ਕਮਾਵੇਗਾ ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਵੇਗਾ। ਉਹ ਕਿਹੜੀ ਵਿਚਾਰ ਹੈ? ਗੁਰ ਸੇਵਹੋ, ਗੁਰੂ ਦੀ ਸੇਵਾ ਕਰੋ, ਗੁਰੂ ਸਾਹਿਬਾਂ ਦਾ ਉਪਦੇਸ਼ ਕਮਾਓ, ਗੁਰੂ ਸਾਹਿਬਾਂ ਦੀ ਆਗਿਆ ਮੰਨੋ, ਨਾਮ ਨੂੰ ਧਿਆਉਣਾ ਕਰੋ, ਹਿਰਦੇ ਵਿੱਚੋਂ ਹੰਕਾਰ ਨੂੰ ਤਿਆਗੋ, ਗੁਮਾਨ ਨੂੰ ਛੱਡ ਦੇਣਾ ਕਰੋ। ਨਾਮ ਹੀ ਸਭ ਤੋਂ ਉੱਤਮ ਕਥਨ ਹੈ, ਉੱਤਮ ਸਾਧਨ ਹੈ। ਔਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਉਹਨਾਂ ਪ੍ਰਥਾਏ ਸਤਿਗੁਰੂ ਜੀ ਸਿੱਖਿਆ ਵੀ ਦਿੰਦੇ ਨੇ ਕਿ ਹੇ ਭਾਈ, ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਤੇਰਾ ਇਹ ਜੀਵਨ ਕਾਹਦੇ ਵਾਸਤੇ ਹੈ? ਅਵਤਰ ਆਏ ਕਾਹਾ ਤੁਮ ਕੀਨਾ, ਹਰ ਕੋ ਨਾਮ ਨਾ ਕਬਹੂ ਲੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਕੋ ਕਿਆ ਕਰੋ ਅਭਾਗੇ। हे ਅਭਾਗੇ ਜੀਵ, ਜਦੋਂ ਤੂੰ ਸੰਸਾਰ ਤੋਂ ਚੱਲਣ ਲੱਗਿਆ ਤਾਂ ਤੇਰੀ ਕਿਹਨੇ ਸਹਾਇਤਾ ਕਰਨੀ ਹੈ? ਇੱਕ ਨਾਮ ਤੋਂ ਬਿਨਾਂ ਤੇਰਾ ਕਿਹਨੇ ਪੱਲਾ ਫੜਨਾ ਹੈ? ਸਭ ਤੇ ਉੱਚਾ ਜਾ ਕਾ ਨਾਉ, ਜਿਸ ਵਾਹਿਗੁਰੂ ਪਰਮਾਤਮਾ ਦਾ ਨਾਮ ਸਾਰਿਆਂ ਉੱਚਿਆਂ ਤੋਂ ਉੱਚਾ ਹੈ ਔਰ ਨੀਵਿਆਂ ਨੂੰ ਉੱਚੇ ਕਰ ਦੇਣ ਵਾਲਾ ਹੈ। ਜੋ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਵੇ, ਉਹ ਸਾਧ ਸੰਗਤ ਪਰਮਾਤਮਾ ਦਾ ਸਰੂਪ ਹੀ ਹੋ ਜਾਂਦੇ ਹਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਉਹਨਾਂ ਗੁਰਮੁਖਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਸਤਿਗੁਰੂ ਸਾਨੂੰ ਦੱਸਦੇ ਨੇ ਭਾਈ, ਜਿਸ ਪਰਮਾਤਮਾ ਦਾ ਨਾਮ ਸਾਰਿਆਂ ਨਾਮਾਂ ਤੋਂ ਵੀ ਉੱਚਾ ਹੈ, ਸਤਿਨਾਮ ਤੇਰਾ ਪਰਾ ਪੂਰਬਲਾ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਪਰਮਾਤਮਾ ਦੇ ਨਾਮ ਦੇ ਤਾਈਂ ਸਦਾ ਹੀ ਜਪਣਾ ਕਰੋ। ਸਦਾ ਸਦਾ ਤਾਕੇ ਗੁਣ ਗਾਓ, ਸਦਾ ਸਦਾ ਵਾਸਤੇ, ਤਾਂ ਕਿ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਣਾ ਕਰੋ, ਉਸ ਦੀ ਸਿਫਤ ਸਲਾਹ ਕਰੋ, ਉਸ ਦੇ ਜੋ ਗੁਣ ਹਨ ਆਪਣੇ ਹਿਰਦੇ ਵਿੱਚ ਵਸਾ ਕਰਕੇ
ਪਰਮਾਤਮਾ ਦੀ ਸੋਭਾ ਵਡਿਆਈ ਕਰਨਾ ਕਰੋ। ਜਿਸ ਸਿਮਰਤ ਸਗਲਾ ਦੁਖ ਜਾਏ। ਜਿਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਿਮਰ ਕਰਕੇ ਜੀਵ ਦੇ ਸਾਰੇ ਹੀ ਦੁੱਖ ਚਲੇ ਜਾਂਦੇ ਹਨ। ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਪਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਈ, ਵੈਦ ਨਾ ਭੋਰੇ ਦਾਰੂ ਲਾਏ। ਇਹ ਵਿਦਵਾਨਾਂ ਨੇ ਜਿਹੜੇ ਦੁੱਖ ਮੰਨੇ ਨੇ ਨਾ, ਗੁਰਬਾਣੀ ਕਹਿੰਦੀ ਹੈ ਇੱਕ ਤਾਂ ਜੀਵ ਨੂੰ ਦੁੱਖ ਹੈ ਵਿਛੋੜੇ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਭੁੱਖ ਦਾ ਦੁੱਖ ਬਹੁਤ ਜ਼ਿਆਦਾ ਸਾਧ ਸੰਗਤ ਜੀਵ ਨੂੰ ਦੁਖੀ ਕਰਦਾ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਉਹ ਦੁੱਖ ਜਦੋਂ ਜਮ ਆ ਕਰਕੇ ਜੀਵ ਨੂੰ ਸੰਸਾਰ ਤੋਂ ਲਿਜਾਂਦੇ ਨੇ, ਇਸ ਨੂੰ ਬਹੁਤ ਦੁੱਖ ਦਿੰਦੇ ਨੇ। ਹੁਣ ਦੇਖੋ, ਜਿਸ ਸਰੀਰ 'ਤੇ ਸਾਨੂੰ ਛੋਟੀ ਜਿਹੀ ਸੱਟ ਵੱਜ ਜਾਵੇ ਤੇ ਕਿੰਨੀ ਪੀੜ ਹੁੰਦੀ ਹੈ। ਅਸੀਂ ਛੇਤੀ ਨਾਲ ਕਹਿੰਦੇ ਹਾਂ ਕਿ ਸਾਨੂੰ ਡਾਕਟਰ ਕੋਲ ਲੈ ਕੇ ਚੱਲੋ, ਬਹੁਤ ਪੀੜ ਹੁੰਦੀ ਹੈ। ਜਿਸ ਸਮੇਂ ਜੀਵ ਨੂੰ ਵਿੱਚੋਂ ਸਰੀਰ ਦੇ ਕੱਢਿਆ ਜਾਂਦਾ ਹੋਵੇਗਾ, ਕਿੰਨਾ ਦੁੱਖ ਮਿਲਦਾ ਹੋਵੇਗਾ, ਕਿੰਨੀ ਤੜਫਣਾ ਹੋਵੇਗੀ। ਇੱਕ ਉਹ ਦੁੱਖ ਤੇ ਇੱਕ ਸਤਿਗੁਰੂ ਕਹਿੰਦੇ ਰੋਗ ਲੱਗੈ ਤਨ ਧਾਏ। ਜਦੋਂ ਸਰੀਰ 'ਤੇ ਕੋਈ ਰੋਗ ਆ ਕੇ ਲੱਗ ਜਾਂਦਾ, ਵੈਦ ਨਾ ਭੋਲੇ ਦਾਰੂ ਲਾਏ, ਤੇ ਉਸ ਰੋਗ ਦਾ ਕੋਈ ਦਾਰੂ ਨਾ ਹੋਵੇ। ਹੁਣ ਦੇਖੋ, ਜਿਹੜਾ ਆ ਨਵਾਂ ਰੋਗ ਫੈਲਿਆ ਕਰੋਨਾ ਵਾਇਰਸ, ਜਿਸ ਕਰਕੇ ਬਹੁਤ ਦੁਨੀਆ ਦੇ ਵਿੱਚੋਂ ਲੋਕਾਂ ਦੀ ਮੌਤ ਹੋਈ, ਤੇ ਸਾਧ ਸੰਗਤ ਜਦੋਂ ਸਰਕਾਰ ਨੇ ਕਹਿ ਦਿੱਤਾ ਕਿ ਇਹਦੀ ਅਜੇ ਕੋਈ ਦਵਾਈ ਨਹੀਂ ਹੈ, ਤਾਂ ਉਸ ਸਮੇਂ ਕਿੰਨੀ ਤੜਫ ਪੈਦਾ ਹੋਈ। ਜਿਸ ਰੋਗ ਦੀ ਦਵਾਈ ਨਾ ਮਿਲੇ, ਸਤਿਗੁਰੂ ਮਹਾਰਾਜ ਕਹਿੰਦੇ ਉਹ ਰੋਗ ਬਹੁਤ ਭਿਆਨਕ ਹੋ ਜਾਂਦਾ ਹੈ। ਵਾਹਿਗੁਰੂ ਪਰਮਾਤਮਾ ਨੇ ਸਾਰੇ ਹੀ ਰੋਗਾਂ ਦੀ ਦਵਾਈ ਨਾਮ ਨੂੰ ਬਣਾਉਣਾ ਕੀਤਾ ਹੈ। ਸਗਲ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਪਰ ਇਹ ਦਾਰੂ ਉਸ 'ਤੇ ਕੰਮ ਕਰਦੀ ਹੈ ਜਿਹੜਾ ਸਹੀ ਢੰਗ ਦੇ ਨਾਲ ਇਸ ਦਾਰੂ ਨੂੰ ਵਰਤ ਸਕਦਾ ਹੈ, ਜਿਹੜਾ ਆਪਣੇ ਹਿਰਦੇ ਵਿੱਚ ਭੈ ਰੱਖ ਕੇ, ਪ੍ਰੇਮ ਰੱਖ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ। ਕਿਉਂਕਿ ਦਾਰੂ ਜਿੰਨਾ ਸਮਾਂ ਸਰੀਰ ਦੇ ਵਿੱਚ ਨਾ ਜਾਵੇ, ਓਨਾ ਸਮਾਂ ਅਸਰ ਨਹੀਂ ਕਰਦੀ। ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਕੋਈ ਵੀ ਦਾਰੂ ਦਵਾਈ ਜਿੰਨਾ ਸਮਾਂ ਸਰੀਰ ਦੇ ਵਿੱਚ ਨਾ ਚਲੀ ਜਾਵੇ, ਓਨਾ ਸਮਾਂ ਉਹਦਾ ਅਸਰ ਨਹੀਂ ਹੁੰਦਾ। ਜਿੰਨਾ ਸਮਾਂ ਨਾਮ ਸਾਡੇ ਹਿਰਦੇ 'ਚ ਨਹੀਂ ਜਾਂਦਾ, ਨਾਮ ਸਾਡੇ ਅੰਦਰ ਨਹੀਂ ਟਿਕਦਾ, ਓਨਾ ਸਮਾਂ ਸਾਧ ਸੰਗਤ ਅਸੀਂ ਨਾਮ ਤੋਂ ਪੂਰਨ ਲਾਭ ਨਹੀਂ ਲੈ ਸਕਦੇ। ਨਾਮ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਨਾ, ਸਾਰੇ ਹੀ ਰੋਗਾਂ ਨੂੰ ਨਾਸ਼ ਕਰਨ ਵਾਲਾ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹਨਾਂ ਦੇ ਜਨਮਾਂ ਜਨਮਾਂ ਦੇ ਰੋਗ ਚੱਕੇ ਜਾਂਦੇ ਨੇ, ਜਨਮਾਂ ਜਨਮਾਂ ਦੀ ਪੀੜ ਖਤਮ ਹੋ ਜਾਂਦੀ ਹੈ। ਇਹ ਚਾਰ ਜਿਹੜੇ ਦੁੱਖ ਮੰਨੇ ਜਾਂਦੇ ਨੇ, ਵਿਛੋੜਾ, ਇੱਕ ਭੁੱਖ ਦਾ ਦੁੱਖ, ਇੱਕ ਜਮਾਂ ਦਾ ਦੁੱਖ, ਤੇ ਇੱਕ ਰੋਗ ਸਰੀਰਕ ਪੀੜਾ। ਸਤਿਗੁਰੂ ਮਹਾਰਾਜ ਕਹਿੰਦੇ ਜਿਸ ਸਿਮਰਤ ਸਗਲਾ ਦੁੱਖ ਜਾਏ। ਜਿਸ ਪਰਮਾਤਮਾ ਨੂੰ ਸਿਮਰਨ ਕਰਕੇ ਸਾਰੇ ਹੀ ਦੁੱਖ ਚਲੇ ਜਾਂਦੇ ਹਨ, ਤੇ ਸਾਰੇ ਹੀ ਸੁੱਖ ਮਨ ਵਿੱਚ ਆ ਕੇ ਵਸ ਜਾਂਦੇ ਨੇ। ਇੱਕ ਰਾਜੇ ਤੋਂ ਲੈ ਕਰਕੇ ਬ੍ਰਹਮਾ ਤੱਕ 11 ਸੁੱਖ ਮੰਨੇ ਜਾਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਜਪਣ ਕਰਕੇ ਭਾਈ ਸਾਰੇ ਹੀ ਤਮਾਮ ਦੁਨੀਆ ਦੇ ਸੁੱਖ
ਮਨ ਵਿੱਚ ਆ ਕਰਕੇ ਨਿਵਾਸ ਕਰ ਲੈਂਦੇ ਹਨ। ਸਿਮਰਨ ਤੂੰ ਸਾਚਾ ਹੋਏ। ਹੇ ਮੇਰੇ ਮਨਾ, ਤੂੰ ਉਸ ਸੱਚੇ ਵਾਹਿਗੁਰੂ ਪਰਮਾਤਮਾ ਨੂੰ ਸਿਮਰਨਾ ਕਰ। ਜਿਹਦੀ ਸੋਏ ਵਡਿਆਈ ਸੱਚੀ ਹੈ, ਉਸ ਦੇ ਤਾਈਂ ਸਿਮਰਨਾ ਕਰ। ਹਾਲਤ ਪਲਤ ਤੁਮਰੀ ਗਤ ਹੋਏ। ਤੇਰੀ ਹਾਲਤ ਨਾਮ ਹੈ ਸੰਸਾਰ ਦਾ, ਪਲਤ ਨਾਮ ਹੈ ਪਰਲੋਕ ਦਾ। ਹਾਲਤ ਨਾਮ ਹੈ ਇੱਥੇ ਤੇ ਪਲਤ ਨਾਮ ਹੈ ਉੱਥੇ। ਤੇਰੀ ਗਤ ਮੁਕਤੀ ਹੋ ਜਾਵੇਗੀ। ਇੱਥੇ ਸੰਸਾਰ ਵਿੱਚ ਵੀ ਤੂੰ ਮੁਕਤ ਹੋ ਜਾਵੇਂਗਾ। ਤੈਨੂੰ ਹਉਮੈ ਕਰਕੇ, ਵਿਕਾਰਾਂ ਕਰਕੇ, ਮੋਹ ਮਾਇਆ ਕਰਕੇ ਪੀੜ ਨਹੀਂ ਹੋਵੇਗੀ। ਤੇਰੀ ਆਤਮਾ ਬੰਧਨਾਂ ਤੋਂ ਮੁਕਤ ਹੋ ਜਾਵੇਗੀ। ਜੰਮਣ ਮਰਨ ਦੇ, ਕਰਤਾ ਭੁਗਤਾਪਨਾਂ ਦੇ ਸਾਰੇ ਹੀ ਬੰਧਨ ਮਿਟ ਜਾਣਗੇ, ਕਰਮਾਂ ਧਰਮਾਂ ਦੇ। ਇੱਥੇ ਸੰਸਾਰ ਵਿੱਚ ਵੀ ਤੇਰੀ ਮੁਕਤੀ ਹੋਵੇਗੀ, ਗਤ ਹੋਵੇਗੀ, ਤੇ ਅੱਗੇ ਪਰਲੋਕ ਵਿੱਚ ਵੀ ਤੇਰੀ ਮੁਕਤੀ ਹੋ ਜਾਵੇਗੀ। ਹਾਲਤ ਪਾਲਤ ਤੁਮਰੀ ਗਤ ਹੋਏ। ਸਤਿਗੁਰੂ ਮਹਾਰਾਜ ਕਹਿੰਦੇ, ਜੇ ਤੂੰ ਉਸ ਪਰਮਾਤਮਾ ਨੂੰ ਸਿਮਰੇਗਾ ਤੇ ਲੋਕ ਪ੍ਰਲੋਕ ਵਿੱਚ ਸੁਖੀ ਨਾਲ ਵਸ ਜਾਵੇਂਗਾ। ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਚੀਚੈ। ਤੇਰੀ ਸੰਸਾਰ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਜਾ ਕਰਕੇ ਮੁਕਤੀ ਹੋ ਜਾਵੇਗੀ। ਇੱਥੇ ਦੁਨੀਆ 'ਚ ਵੀ ਤੇਰਾ ਜਸ ਹੋਵੇਗਾ ਤੇ ਅੱਗੇ ਪਰਲੋਕ ਵਿੱਚ ਵੀ ਤੇਰਾ ਜਸ ਹੋਵੇਗਾ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜੋ ਸੰਸਾਰ ਨੂੰ ਸਿਰਜਣਹਾਰ, ਸਿਰਜਣ ਵਾਲਾ ਪਰਮਾਤਮਾ ਵਾਹਿਗੁਰੂ ਹੈ, ਉਹ ਪੁਰਖ ਪਰਿਪੂਰਨ ਹੈ, ਸਭ ਥਾਵਾਂ 'ਤੇ ਪੂਰਨ ਸਮਾਇਆ ਹੋਇਆ, ਨਿਰੰਜਨ, ਮਾਇਆ ਦੀ ਕਾਲਖ ਤੋਂ ਪਰੇ ਹੈ। ਔਰ ਸਾਰੇ ਹੀ ਜੀਵਾਂ ਦੇ ਤਾਈਂ ਤੇ ਜੰਤਾਂ ਦੇ ਤਾਈਂ। ਜੀਵ ਕਹਿੰਦੇ ਨੇ ਜਿਹੜੇ ਸਾਨੂੰ ਅੱਖਾਂ ਦੇ ਨਾਲ ਦਿਸ ਜਾਂਦੇ ਨੇ, ਤੇ ਜੰਤ ਜਿਹੜੇ ਸੂਖਮ ਹੁੰਦੇ ਨੇ, ਨੰਗੀਆਂ ਅੱਖਾਂ ਦੇ ਨਾਲ ਨਹੀਂ ਦਿਸਦੇ, ਸੂਖਮਦਰਸ਼ੀ ਨਾਲ ਦੇਖਣੇ ਪੈਂਦੇ। ਇਹ ਵੱਡੇ ਛੋਟੇ ਸਾਰੇ ਹੀ ਜੀਵ ਜੰਤੂ, ਉਹਨਾਂ ਦੇ ਤਾਈਂ ਵਾਹਿਗੁਰੂ ਪਰਮਾਤਮਾ ਭੋਜਨ ਦੇਣ ਵਾਲਾ ਹੈ, ਖੁਰਾਕ ਪਹੁੰਚਾਉਣ ਵਾਲਾ ਹੈ। ਔਰ ਜੇ ਕੋਈ ਪਾਪੀ ਉਸ ਮਾਲਕ ਪਰਮਾਤਮਾ ਦੀ ਸ਼ਰਨ ਵਿੱਚ ਆ ਜੇ ਔਰ ਆ ਕਰਕੇ ਬੇਨਤੀ ਕਰੇ, ਤਾਂ ਕਰੋੜਾਂ ਹੀ ਖਤੇ ਪਾਪ, ਕਰੋੜਾਂ ਹੀ ਔਗਣ, ਕਰੋੜਾਂ ਹੀ ਭੁੱਲਾਂ ਨੂੰ ਉਹ ਪਰਮਾਤਮਾ ਖਿਣ ਵਿੱਚ ਹੀ ਬਖਸ਼ਣ ਵਾਲਾ ਹੈ। ਖਿਣ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ, ਭਾਵ ਬਖਸ਼ਣ ਲੱਗਿਆਂ ਕੋਈ ਦੇਰੀ ਨਹੀਂ ਲਾਉਂਦਾ, ਕੋਈ ਵਿਚਾਰ ਨਹੀਂ ਕਰਦਾ, ਜੇ ਉਸ ਮਾਲਕ ਦੀ ਕੋਈ ਸ਼ਰਨ ਆ ਜਾਵੇ। ਜਿੱਥੇ ਸਤਿਗੁਰੂ ਕਹਿੰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਔਰ ਧਾਰੋ। ਹੇ ਭਾਈ, ਉਸ ਪਰਮਾਤਮਾ ਦੇ ਜਸ ਨੂੰ ਆਪਣੇ ਹਿਰਦੇ 'ਚ ਵਸਾ। ਜਿਸ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਕਰਕੇ ਗਨਕਾ ਵਰਗੇ, ਅਜਾਮਲ ਵਰਗਿਆਂ ਦਾ ਸਾਰਿਆਂ ਦਾ ਉਧਾਰ ਹੋ ਗਿਆ। ਉਹ ਪਰਮਾਤਮਾ ਬੇਅੰਤ ਹੈ, ਲੇਖੈ ਕਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਉਸ ਸਮੇਂ ਸਾਧ ਸੰਗਤ, ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਇਹ ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਧਰਮ ਵਿੱਚ ਈਸਾਈ ਬਣਾਉਣ ਵਿੱਚ ਬਹੁਤ ਜ਼ਿਆਦਾ ਯਤਨ ਕਰਦੇ ਸਨ। ਕਈ ਤਰ੍ਹਾਂ ਦੇ ਨਾਲ ਪ੍ਰਚਾਰ ਕਰਨਾ। ਇੱਕ ਸਮੇਂ ਕਹਿੰਦੇ ਇੱਕ ਅੰਗਰੇਜ਼ ਜਿਹੜਾ ਫਾਦਰ ਸੀ, ਧਰਮ ਸਿੱਖਿਆ ਦੇਣ ਵਾਲਾ, ਕੁਝ ਲੋਕਾਂ ਨੂੰ ਇਕੱਠੇ ਕਰਕੇ ਕਹੀ ਜਾਵੇ ਕਿ ਫਲਾਣੇ ਧਰਮ ਵਿੱਚ ਇੰਨੀਆਂ ਗਲਤੀਆਂ ਮਾਫ਼ ਕਰਦੇ ਨੇ, ਫਲਾਣੇ ਵਿੱਚ ਇੰਨੀਆਂ ਗਲਤੀਆਂ ਮਾਫ਼ ਕਰਦੇ ਨੇ, ਫਲਾਣੇ 'ਚ ਇੰਨੀਆਂ,
ਤੇ ਫਿਰ ਆਪਣੀ ਉਦਾਹਰਨ ਦੇ ਕੇ ਕਹਿਣ ਲੱਗਿਆ ਕਿ ਸਾਡੇ ਧਰਮ ਵਿੱਚ ਦੇਖੋ ਈਸਾ ਜੀ 72 ਵਾਰ ਮਾਫ਼ ਕਰ ਦਿੰਦੇ ਨੇ। ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਛੋਟੀ ਉਮਰ ਸੀ, ਕਹਿੰਦੇ ਅਸੀਂ ਲੰਘੇ ਜਾ ਰਹੇ ਸਾਂ, ਤੇ ਜਦੋਂ ਇਹ ਗੱਲ ਸੁਣੀ ਨਾ ਕਿ ਇਹ ਆਪਣੇ ਧਰਮ ਦੀ ਮਹਾਨਤਾ ਦੱਸ ਰਹੇ ਆ, ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ, ਖਿੱਚਣ ਵਾਸਤੇ, ਤਾਂ ਉਸ ਸਮੇਂ ਸਹਿਜੇ ਬਚਨ ਕੀਤਾ। ਕਹਿੰਦੇ ਸਾਡੇ ਸਤਿਗੁਰੂ ਮਹਾਰਾਜ ਤਾਂ ਜਦੋਂ ਵੀ ਕੋਈ ਭੁੱਲਿਆ ਹੋਵੇ ਤੇ ਸ਼ਰਨ ਆ ਜੇ ਉਦੋਂ ਹੀ ਮਾਫ਼ ਕਰ ਦਿੰਦੇ ਨੇ, ਭਾਵੇਂ ਕਿੰਨੀਆਂ ਵੀ ਗਲਤੀਆਂ ਹੋਣ। ਜੇ ਕੋਈ ਇਸ ਤਰ੍ਹਾਂ ਬੇਨਤੀ ਕਰੇ, ਲੇਖੈ ਕਤਹਿ ਨਾ ਛੋਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਸੀਂ ਖਤੇ ਬਹੁਤ ਕਮਾਵਦੇ, ਹਰ ਅੰਤ ਨਾ ਪਾਰਾਵਾਰ। ਹੇ ਪ੍ਰਭੂ, ਅਸੀਂ ਬਹੁਤ ਖਤੇ ਪਾਪ ਕਰਦੇ ਹਾਂ, ਔਗਣ ਕਮਾਉਂਦੇ ਹਾਂ, ਜਿਨ੍ਹਾਂ ਦਾ ਕੋਈ ਅੰਤ ਪਾਰਾਵਾਰ ਨਹੀਂ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਹਗਾਰ। ਖਿਨ ਖਿਨ ਸਮੇਂ ਵਿੱਚ ਭੁੱਲਣ ਵਾਲੇ ਨੂੰ ਵੀ ਪਰਮਾਤਮਾ ਬਖਸ਼ ਲੈਂਦਾ ਹੈ, ਜੇ ਕੋਈ ਉਸ ਦੀ ਸ਼ਰਨ ਵਿੱਚ ਆ ਜਾਣਾ ਕਰੇ। ਸਤਿਗੁਰੂ ਮਹਾਰਾਜ ਕਹਿੰਦੇ ਭਗਤ ਭਾਏ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ, ਪ੍ਰੇਮ ਨਾਲ ਵਾਹਿਗੁਰੂ ਦੇ ਗੁਣ ਗਾਉਂਦੇ। ਦੇਖੋ ਪ੍ਰੇਮਾ ਭਗਤੀ ਬੜੀ ਅਚਰਜ ਹੁੰਦੀ ਹੈ। ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਜਿਸ ਸਮੇਂ ਕੀਰਤਪੁਰ ਸਾਹਿਬ ਵਿਖੇ ਸਨ, ਇੱਕ ਮਾਈ, ਉਹ ਸਾਧ ਸੰਗਤ ਇਹਦਾ ਰਸਤੇ ਤੇ ਘਰ ਸੀ, ਬੜੇ ਪ੍ਰੇਮ ਨਾਲ ਰੋਜ਼ਾਨਾ ਪ੍ਰਸ਼ਾਦਾ ਤਿਆਰ ਕਰਿਆ ਕਰੇ, ਔਰ ਮਨ ਵਿੱਚ ਬੇਨਤੀ ਕਰਨੀ, ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਤੁਸੀਂ ਆਓ ਤੇ ਪ੍ਰਸ਼ਾਦਾ ਛਕੋ। ਇਹਨੇ ਪ੍ਰਸ਼ਾਦਾ ਬਣਾ ਕੇ ਨਾ ਆਪਣੇ ਘਰ ਤੋਂ ਬਾਹਰ ਆ ਕੇ ਤੇ ਉਸ ਪ੍ਰਸ਼ਾਦੇ ਨੂੰ ਹੱਥ 'ਚ ਫੜ ਕੇ ਖੜੀ ਰਹਿਣਾ, ਅਰਦਾਸਾਂ ਕਰੀ ਜਾਣੀਆਂ। ਤੇ ਜਦੋਂ ਦੇਖਣਾ ਵੀ ਹੁਣ ਸਤਿਗੁਰੂ ਜੀ ਨਹੀਂ ਆਏ ਤੇ ਪ੍ਰਸ਼ਾਦਾ ਵੀ ਬੇਹਾ ਹੋ ਗਿਆ, ਫਿਰ ਉਹ ਪ੍ਰਸ਼ਾਦਾ ਆਪ ਛਕ ਲੈਣਾ। ਇਸ ਤਰ੍ਹਾਂ ਇਹਦਾ ਨੇਮ ਬਣਿਆ ਹੋਇਆ ਸੀ। ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਇੱਕ ਦਿਨ ਗੁਰਸਿੱਖਾਂ ਨੂੰ ਕਹਿਣ ਲੱਗੇ, ਭਾਈ ਚਲੋ ਸ਼ਿਕਾਰ ਖੇਡਣ ਜਾਣਾ ਹੈ। ਸ਼ਿਕਾਰ ਖੇਡਣ ਦੇ ਬਹਾਨੇ ਸਤਿਗੁਰੂ ਇੱਧਰ ਆਏ, ਤੇ ਆਏ ਸਤਿਗੁਰੂ ਮਹਾਰਾਜ ਜੀ ਨੇ ਉਸ ਸਮੇਂ ਮਾਈ ਆਪਣੇ ਨੇਮ ਵਿੱਚ ਪ੍ਰਸ਼ਾਦਾ ਲੈ ਕੇ ਖੜੀ ਸੀ। ਕਹਿਣ ਲੱਗੇ, ਮਾਂ ਸਾਨੂੰ ਭੁੱਖ ਲੱਗੀ ਹੈ, ਜਲਦੀ ਕਰ, ਸਾਨੂੰ ਪ੍ਰਸ਼ਾਦਾ ਛਕਾ। ਸਤਿਗੁਰੂ ਜੀ ਉਸੇ ਤਰ੍ਹਾਂ ਘੋੜੇ ਤੋਂ ਉਤਰ ਕਰਕੇ ਉਸ ਮਾਤਾ ਤੋਂ ਪ੍ਰਸ਼ਾਦਾ ਫੜਿਆ ਤੇ ਛਕਣ ਲੱਗ ਪਏ, ਤੇ ਪ੍ਰਸ਼ਾਦਾ ਛਕਿਆ ਮਹਾਰਾਜ ਜੀ ਨੇ, ਤੇ ਉਸ ਮਾਤਾ ਨੂੰ ਨਿਹਾਲ ਕੀਤਾ, ਬੜੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਬੜੀ ਸੁਚਮਤਾ ਰੱਖਿਆ ਕਰਦੇ ਸਨ। ਜਦੋਂ ਪ੍ਰਸ਼ਾਦਾ ਬਣਾਉਣਾ, ਸਿੰਘਾਂ ਨੂੰ ਕਹਿਣਾ, ਭਾਈ ਪੂਰੇ ਸਾਫ਼ ਵਸਤਰ ਪਾ ਕੇ ਇਸ਼ਨਾਨ ਕਰਕੇ ਨਾਮ ਜਪਦਿਆਂ ਪ੍ਰਸ਼ਾਦਾ ਬਣਾਉਣਾ ਹੈ, ਬਾਣੀ ਪੜ੍ਹਦਿਆਂ। ਜਦੋਂ ਪ੍ਰਸ਼ਾਦਾ ਛਕਣਾ ਹੈ, ਮੁੱਖ ਵੀ ਧੋਣਾ ਹੈ, ਪੈਰ ਵੀ ਧੋਣੇ ਨੇ, ਹੱਥ ਸਾਫ਼ ਕਰਨੇ ਨੇ, ਸੁੱਚੀ ਥਾਂ 'ਤੇ ਬੈਠ ਕੇ ਪ੍ਰਸ਼ਾਦਾ ਛਕਣਾ ਹੈ। ਬੜਾ ਨੇਮ ਸੀ ਮਹਾਰਾਜ ਦਾ। ਗੁਰਸਿੱਖਾਂ ਨੇ ਸਮਝਿਆ ਵੀ ਸਤਿਗੁਰੂ ਮਹਾਰਾਜ ਨੂੰ ਅੱਜ ਪ੍ਰਸ਼ਾਦੇ ਦਾ ਲੋੜ ਸੀ, ਭੁੱਖ ਲੱਗੀ, ਤੇ ਆਪਾਂ ਕੱਲ੍ਹ ਨੂੰ ਫਿਰ ਆਪ ਹੀ ਇੰਤਜ਼ਾਮ ਕਰਨਾਗੇ। ਜਦੋਂ ਦੂਜੇ ਦਿਨ ਸਤਿਗੁਰੂ ਮਹਾਰਾਜ ਜੀ ਸਾਧ ਸੰਗਤ ਸ਼ਿਕਾਰ 'ਤੇ ਗਏ ਨਾ, ਤੇ ਸਿੰਘਾਂ ਨੇ ਨਾਲ ਥੋੜ੍ਹਾ ਜਿਹਾ ਪ੍ਰਸ਼ਾਦਾ ਲੈ ਲਿਆ ਵੀ ਰਸਤੇ 'ਚ ਖਾ ਲਾਂਗੇ। ਤੇ ਇੱਕ ਥਾਂ 'ਤੇ ਖੜ੍ਹ ਕੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਜੀ ਪ੍ਰਸ਼ਾਦਾ ਵੀ ਨਾਲ ਲੈ ਕੇ ਆਂਦਾ, ਛਕੀਏ। ਸਤਿਗੁਰੂ ਕਹਿੰਦੇ, ਭਾਈ ਇੱਥੇ ਪ੍ਰਸ਼ਾਦਾ ਛਕਣ ਦਾ ਸਮਾਂ ਥੋੜ੍ਹੀ ਹੈ, ਇਹ ਸਾਡਾ ਨੇਮ ਹੈ ਕਿ ਸਾਫ਼ ਥਾਂ 'ਤੇ ਬੈਠ ਕੇ ਪ੍ਰਸ਼ਾਦਾ ਛਕਣਾ ਸੁਚਮਤਾ ਦੇ ਨਾਲ। ਕਹਿੰਦੇ, ਮਹਾਰਾਜ ਕੱਲ੍ਹ ਤਾਂ ਤੁਸੀਂ ਮਾਈ ਤੋਂ ਉਸੇ ਤਰ੍ਹਾਂ ਹੀ ਪ੍ਰਸ਼ਾਦਾ ਫੜ ਕੇ ਛਕ ਲਿਆ ਸੀ, ਨਾ ਹੀ ਹੱਥ ਧੋਤੇ, ਉਸੇ ਤਰ੍ਹਾਂ ਹੀ ਇੱਕ ਥਾਂ 'ਤੇ ਖੜ੍ਹ ਕੇ। ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ, ਭਾਈ ਉਹ ਮਾਤਾ ਜਿਹੜੇ ਪ੍ਰੇਮ ਵਿੱਚ ਪ੍ਰਸ਼ਾਦਾ ਲੈ ਕੇ ਆਉਂਦੀ ਸੀ ਨਾ, ਉਹ ਸਾਨੂੰ ਉਸੇ ਤਰ੍ਹਾਂ ਹੀ ਸਵੀਕਾਰ ਹੋ ਗਿਆ। ਉਹਦੇ ਅੱਗੇ ਕੋਈ ਕਰਮ ਧਰਮ ਨਹੀਂ ਰਿਹਾ, ਕੋਈ ਸੁਚਮਤਾ ਨਹੀਂ ਰਹੀ। ਅਸੀਂ ਤਾਂ ਉਹਦੀ ਇੱਛਾ ਪੂਰੀ ਕਰਨ ਵਾਸਤੇ ਇਹ ਕੀਤਾ। ਸਾਧ ਸੰਗਤ ਸਤਿਗੁਰੂ ਮਹਾਰਾਜ ਕਹਿੰਦੇ, ਭਗਤ ਭਾਏ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ, ਪ੍ਰੇਮ ਵਿੱਚ ਉਹਨੂੰ ਯਾਦ ਕਰਦਾ ਹੈ, ਸਦਾ ਨਿਸਤਾਰ, ਉਹਦਾ ਸਦਾ ਹੀ ਨਿਸਤਾਰਾ ਹੁੰਦਾ ਹੈ। ਨਿਸ ਨਾਮ ਹੈ ਸੰਸਾਰ ਦਾ, ਨਿਸਤਾਰ
ਇਸ ਸੰਸਾਰ ਤੋਂ ਉਸ ਨੂੰ ਸਦਾ ਵਾਸਤੇ ਪਰਮਾਤਮਾ ਤਾਰ ਦਿੰਦਾ ਹੈ। ਸਾਚਾ ਧਨ ਸਾਚੀ ਵਡਿਆਈ। ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਰੂਪ ਧਨ ਹੈ ਇਹ ਵੀ ਸੱਚਾ ਹੀ ਹੈ, ਅਤੇ ਜਿਨ੍ਹਾਂ ਨੇ ਸਾਧ ਸੰਗਤ ਨਾਮ ਨੂੰ ਜਪਣਾ ਕੀਤਾ, ਬੰਦਗੀ ਕੀਤੀ ਹੈ, ਉਹਨਾਂ ਦੀ ਵਡਿਆਈ ਵੀ ਸੱਚੀ ਹੋ ਜਾਂਦੀ ਹੈ ਸੰਸਾਰ ਵਿੱਚ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਇੱਕ ਤਾਂ ਪਰਮਾਤਮਾ ਆਪ ਰਹਿੰਦਾ ਸੰਸਾਰ ਵਿੱਚ, ਇੱਕ ਉਹਦੇ ਸਾਧੂ ਭਗਤ, ਅਤੇ ਇੱਕ ਪਰਮਾਤਮਾ ਦਾ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਸੱਚਾ ਧਨ ਹੈ, ਲੋਕ ਪ੍ਰਲੋਕ ਜੀਵ ਦੇ ਨਾਲ ਨਿਭਦਾ ਹੈ, ਅਤੇ ਪਰਮਾਤਮਾ ਦੇ ਨਾਮ ਦੀ ਵਡਿਆਈ ਜਿਹੜੀ ਸੋਭਾ ਹੈ ਉਹ ਵੀ ਭਾਈ ਸੱਚੀ ਹੈ। ਜਿਹੜੇ ਗੁਰਮੁਖ ਹਨ ਉਹਨਾਂ ਨੇ ਪੂਰੇ ਸਤਿਗੁਰਾਂ ਤੋਂ ਨਿਹਚਲ ਸਦਾ ਰਹਿਣ ਵਾਲੀ ਜਿਹੜੀ ਮਤ ਬੁੱਧੀ ਪ੍ਰਾਪਤ ਕੀਤੀ ਹੈ, ਆਤਮ ਵਿਸ਼ੈਣੀ। ਦੋ ਤਰ੍ਹਾਂ ਦੀ ਬੁੱਧੀ ਹੁੰਦੀ ਹੈ, ਇੱਕ ਤਾਂ ਵਿਸ਼ੇ ਵਿਸ਼ੈਣੀ, ਇੱਕ ਆਤਮ ਵਿਸ਼ੈਣੀ। ਜਿਹੜੀ ਵਿਸ਼ੇ ਵਿਸ਼ੈਣੀ ਬੁੱਧੀ ਹੁੰਦੀ ਹੈ ਉਸ ਕਰਕੇ ਮਨੁੱਖ ਹਰ ਸਮੇਂ ਸੰਸਾਰਕ ਗੱਲਾਂ ਕਰਦਾ ਹੈ, ਗਾਲਾਂ ਵੀ ਕੱਢਦਾ, ਨਿੰਦਿਆ ਵੀ ਕਰਦਾ, ਚੁਗਲੀ ਕਰਦਾ, ਝੂਠ ਬੋਲਦਾ। ਇਹ ਵਿਸ਼ੇ ਵਿਸ਼ੈਣੀ ਬੁੱਧੀ ਕਰਕੇ ਹੈ। ਜਦੋਂ ਵਿਸ਼ੇ ਵਿਸ਼ੈਣੀ ਬੁੱਧੀ ਖਤਮ ਹੋ ਜਾਂਦੀ ਹੈ ਸਾਧ ਸੰਗਤ, ਫਿਰ ਆਤਮ ਵਿਸ਼ੈਣੀ ਬੁੱਧੀ ਪ੍ਰਗਟ ਹੁੰਦੀ ਹੈ, ਜਿਹਦੇ ਵਿੱਚ ਸੱਚ ਬੋਲਦਾ, ਨਿਮਰਤਾ ਰੱਖਦਾ, ਸਾਰਿਆਂ ਨਾਲ ਪਿਆਰ ਕਰਦਾ, ਨਾਮ ਜਪਦਾ, ਸੱਚ ਦੀ ਗੱਲ ਕਰਦਾ। ਇਹ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ ਇਹ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਰੋਜ਼ਾਨਾ ਬਾਣੀ ਪੜ੍ਹਾਂਗੇ, ਸਾਡਾ ਮਨ ਸੋਧਿਆ ਜਾਣਾ, ਸਵਾਰਿਆ ਜਾਣਾ, ਅਤੇ ਸਾਡੇ ਜਿਹੜੇ ਬੁਰੇ ਖਿਆਲ ਨੇ ਉਹ ਦੂਰ ਹੋ ਜਾਣਗੇ। ਸਤਿਗੁਰੂ ਜੀ ਸਾਨੂੰ ਔਗਣਾਂ ਤੋਂ ਛੁਡਾ ਦੇਣਗੇ। ਇਸ ਤਰ੍ਹਾਂ ਬੁੱਧੀ ਉੱਚੀ ਹੋ ਜਾਂਦੀ ਹੈ, ਸਾਫ਼ ਹੋ ਜਾਂਦੀ। ਇਸ ਲਈ ਮਹਾਰਾਜ ਤੋਂ ਮੰਗਦੇ ਹਨ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਾਤਾ ਰਾਖਾ ਆਪ ਵਾਹਿਗੁਰੂ। ਮਤ ਉੱਚੀ ਹੋਣੀ ਚਾਹੀਦੀ ਹੈ, ਸਾਰਿਆਂ ਦੇ ਭਲੇ ਵਾਲੀ। ਸੋ ਇਹ ਜਿਹੜੀ ਮਤ ਹੈ ਗੁਰੂ ਸਾਹਿਬਾਂ ਤੋਂ ਪ੍ਰਾਪਤ ਹੁੰਦੀ ਹੈ, ਔਰ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਤੋਂ ਉਹ ਮਤ ਲੈਣਾ ਕੀਤੀ ਹੈ ਨਾ, ਉਹਨਾਂ ਨੂੰ ਸੱਚਾ ਨਾਮ ਧਨ ਵੀ ਪ੍ਰਾਪਤ ਹੋ ਗਿਆ ਹੈ, ਅਤੇ ਉਹਨਾਂ ਦੀ ਵਡਿਆਈ ਵੀ ਸੱਚੀ ਹੋ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਸਾਹਿਬਾਂ ਤੋਂ ਨਿਹਚਲ ਮਤ ਪਾਈ, ਸਦਾ ਰਹਿਣ ਵਾਲੀ ਜਿਹੜੀ ਅਚਲ ਮਤ ਬੁੱਧੀ ਹੈ ਆਤਮ ਵਿਸ਼ੈਣੀ, ਉਹ ਪ੍ਰਾਪਤ ਕੀਤੀ ਹੈ। ਗੁਰ ਕੀ ਮਤ ਤੂੰ ਲੇਹ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ। ਇਹ ਮਤ ਜਿਹੜੀ ਪਰਮਾਤਮਾ ਨੂੰ ਜਪਣ ਵਾਲੀ ਹੈ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਇਹ ਮਤ ਲੈਣੀ ਚਾਹੀਦੀ ਹੈ ਸਤਿਗੁਰਾਂ ਤੋਂ, ਔਰ ਇਸ ਮਤ ਕਰਕੇ ਸਾਰਿਆਂ ਦਾ ਪਾਰ ਉਤਾਰਾ ਹੁੰਦਾ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਗੁਰਮੁਖਾਂ ਨੇ ਆਪਣੇ ਸਤਿਗੁਰਾਂ ਤੋਂ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਜਿਸ 'ਤੇ ਵਾਹਿਗੁਰੂ ਪਰਮਾਤਮਾ ਆਪ ਕਿਰਪਾ ਕਰ ਦਿੰਦਾ ਹੈ, ਮਿਹਰ ਕਰ ਦਿੰਦਾ ਹੈ, ਉਸ ਨੂੰ ਸੰਸਾਰ ਵਿੱਚ ਵੀ ਅਤੇ ਅੱਗੇ ਪ੍ਰਲੋਕ ਵਿੱਚ ਰੱਖਣ ਵਾਲਾ ਬਣ ਜਾਂਦਾ ਹੈ। ਜਿਹਦੇ 'ਤੇ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ ਹੈ ਨਾ ਸਾਧ ਸੰਗਤ, ਉਹਨੂੰ ਨਾਮ ਦੇ ਵਿੱਚ ਜੋੜਿਆ ਹੋਇਆ ਹੈ, ਉਹਨੂੰ ਸਤ ਸੰਗਤ ਦਾ ਪ੍ਰੇਮ ਲਾ ਦਿੱਤਾ ਹੈ, ਉਹਨੂੰ ਮੋਹ ਮਾਇਆ ਤੋਂ ਦੂਰ ਰੱਖਦਾ। ਮਹਾਂਪੁਰਖ ਕਈ ਵਾਰ ਕਿਹਾ ਕਰਦੇ ਕਿ ਪਰਮਾਤਮਾ ਨੇ ਸਾਨੂੰ ਜਾਇਦਾਦ ਨਹੀਂ ਦਿੱਤੀ, ਬਹੁਤਾ ਧਨ ਇਸ ਵਾਸਤੇ ਨਹੀਂ ਦਿੱਤਾ ਵੀ ਮਾਇਆ 'ਚ ਹੀ ਉਲਝ ਜੂ। ਜੇ ਤਾਂ ਇਹਨੂੰ ਮਾਇਆ ਵੰਡਦੀ ਅਤੇ ਫਿਰ ਮਾਇਆ ਦੇ ਸੁੱਖਾਂ ਵਿੱਚ ਹੀ ਲੱਗਿਆ ਰਹੂ, ਸਾਰਾ ਜਨਮ ਗਵਾ ਲੈਣਾ ਇਹਨੇ। ਇਸ ਕਰਕੇ ਸਾਨੂੰ ਓਨੀ ਕੀ ਮਾਇਆ ਦਿੱਤੀ ਹੈ। ਦੇਖੋ ਸਿੱਖਾਂ ਨੂੰ ਮਹਾਰਾਜ ਮਾਇਆ ਵੀ ਦਿੰਦਾ ਅਤੇ ਉਹਨਾਂ ਦੀਆਂ ਲੋੜਾਂ ਥੋੜ੍ਹਨ ਵੀ ਨਹੀਂ ਦਿੰਦਾ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਨੇ ਵੀ ਜਿਹੜਾ ਮੇਰਾ ਸਿੱਖ ਹੈ ਨਾ, ਉਹਦੇ ਘਰ ਮਾਇਆ ਦੇ ਢੇਰ ਵੀ ਨਹੀਂ ਲੱਗਣਗੇ ਅਤੇ ਮਾਇਆ ਖਤਮ ਵੀ ਨਹੀਂ ਹੋਵੇਗੀ। ਮੈਂ ਉਹਦੇ ਘਰੇ ਕਦੇ ਕਮੀ ਨਹੀਂ ਆਉਣ ਦੇਵਾਂਗਾ। ਸਤਿਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਮਾਇਆ ਤੋਂ ਬਚਾਉਣ ਵਾਸਤੇ ਵੀ ਸਾਧ ਸੰਗਤ, ਜੇ ਤਾਂ ਮਾਇਆ ਹੁੰਦਿਆਂ ਨਾਮ ਨਾਲ ਜੁੜਿਆ ਹੋਇਆ, ਗੁਰੂ ਨਾਲ ਜੁੜਿਆ ਹੋਇਆ, ਅਤੇ ਬਹੁਤ ਚੰਗੇ ਭਾਗ ਨੇ। ਇਹ ਵੀ ਕੋਈ ਪਿਛਲਾ ਜਪ ਤਪ ਹੁੰਦਾ ਜੇ ਮਾਇਆ ਵਿੱਚ ਰਹਿ ਕੇ ਇਨਸਾਨ ਪਰਮਾਤਮਾ ਨਾਲ ਜੁੜਿਆ ਰਹੇ। ਨਹੀਂ ਤਾਂ ਮਾਇਆ ਵਿੱਚ ਆਉਂਦਿਆਂ ਹੀ ਜੀਵ ਹੰਕਾਰੀ ਹੋ ਜਾਂਦਾ, ਭੁੱਲ ਜਾਂਦਾ ਪਰਮਾਤਮਾ ਨੂੰ। ਅਤੇ ਜੇ ਸਾਨੂੰ ਪਰਮਾਤਮਾ ਨੇ ਮਾਇਆ ਨਹੀਂ ਦਿੱਤੀ ਤਾਂ ਉਹਦਾ ਮਤਲਬ ਹੈ ਕਿ ਸਾਡੇ 'ਤੇ ਪਰਉਪਕਾਰ ਕੀਤਾ, ਨਹੀਂ ਤਾਂ ਅਸੀਂ ਮਾਇਆ ਦੇ ਰਸਾਂ ਵਿੱਚ ਹੀ ਫਸ ਜਾਣਾ ਸੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਆਪ ਹੀ ਉਹਨਾਂ 'ਤੇ ਕਿਰਪਾ ਕਰਦਾ ਹੈ, ਅਤੇ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ ਪਰਮਾਤਮਾ।
ਉਹਨਾਂ ਨੂੰ ਔਗਣਾਂ ਤੋਂ ਵੀ ਬਚਾਉਂਦਾ ਹੈ, ਵਿਕਾਰਾਂ ਤੋਂ ਬਚਾ ਕਰਕੇ ਉਹਨਾਂ ਦੀ ਆਤਮਾ ਦੀ ਵੀ ਰੱਖਿਆ ਕਰਦਾ ਹੈ। ਤਾਕਾ ਸਗਲ ਮਿਟੈ ਅੰਧਿਆਰਾ। ਉਸ ਦਾ ਸਾਰਾ ਹੀ ਮਨ ਦੇ ਵਿੱਚੋਂ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਮਿਟ ਜਾਂਦਾ ਹੈ। ਕਰ ਕਿਰਪਾ ਜਿਸ ਰਾਖਣ ਹਾਰਾ, ਜਿਹਦੇ 'ਤੇ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਰੱਖਿਆ ਕਰਨ ਵਾਲਾ ਬਣ ਗਿਆ ਹੈ। ਤਾਕਾ ਸਗਲ ਮਿਟੈ ਅੰਧਿਆਰਾ, ਉਹਦੇ ਮਨ ਵਿੱਚ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਨਾ, ਬੇਸਮਝੀ, ਉਹ ਸਾਰੀ ਹੀ ਮਿਟ ਜਾਂਦੀ ਹੈ। ਫਿਰ ਉਸ ਗੁਰਮੁਖ ਦਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਨ ਕਰਕੇ ਧਿਆਨ ਜੁੜ ਜਾਂਦਾ ਹੈ, ਲਿਵ ਲੱਗ ਜਾਂਦੀ ਹੈ। ਔਰ ਇਹ ਉਹ ਦੇਖ ਲੈਂਦਾ ਹੈ ਕਿ ਜੋ ਨਿਰਵਾਣ ਪਰਮਾਤਮਾ ਹੈ, ਜਿਹਨੂੰ ਕੋਈ ਬਾਣ ਆਦਤ ਨਹੀਂ ਹੈ, ਉਹ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ, ਸਭ ਥਾਵਾਂ 'ਤੇ ਸਮਾਇਆ ਹੋਇਆ ਹੈ। ਸਾਰੇ ਉਹਦੇ ਹੀ ਰੰਗ ਹੋ ਰਹੇ ਨੇ, ਸਾਰੀ ਉਹਦੀ ਚੇਤਨ ਸ਼ਕਤੀ ਸਾਰੇ ਜੀਵਾਂ ਵਿੱਚ ਪਰੋਈ ਹੋਈ ਹੈ, ਇੱਕ ਤਾਰ ਦੀ ਤਰ੍ਹਾਂ। ਉਹ ਗੁਰਮੁਖ ਦੇਖ ਲੈਂਦਾ ਕਿ ਸਾਰੇ ਜੀਵ ਉਹਦੇ ਹੁਕਮ ਵਿੱਚ ਕਿਰਿਆ ਕਰ ਰਹੇ ਨੇ, ਚੇਸ਼ਟਾ ਕਰ ਰਹੇ ਨੇ, ਆਪੋਂ ਕੋਈ ਕੁਝ ਨਹੀਂ ਕਰ ਸਕਦਾ। ਸਾਰੇ ਉਸ ਦੇ ਹੁਕਮ ਰੂਪ ਤੰਦਾਂ ਦੇ ਨਾਲ ਬੰਨੇ ਹੋਏ ਨੇ, ਉਹਦੇ ਹੁਕਮ ਰੂਪ ਡੋਰ ਦੇ ਨਾਲ ਸੰਸਾਰ ਵਿੱਚ ਜੀਵਨ ਬਤੀਤ ਕਰ ਰਹੇ ਹਨ। ਇਸ ਤਰ੍ਹਾਂ ਉਹ ਗੁਰਮੁਖ ਆਪਣੇ ਹਿਰਦੇ ਵਿੱਚੋਂ ਭਰਮ ਨੂੰ ਮੇਟ ਕੇ, ਭਉ ਡਰ ਨੂੰ ਮੇਟ ਕਰਕੇ, ਗੋਪਾਲ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਵਾਹਿਗੁਰੂ ਹੈ, ਉਸ ਦੇ ਤਾਈਂ ਮਿਲ ਗਏ ਹਨ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਸਾਡੇ ਤਾਈਂ ਤਾਂ ਸਾਡੇ ਸਤਿਗੁਰੂ ਜੀ ਦਇਆਲੂ ਹੋਏ ਨੇ। ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ। ਸਾਧ ਸੰਗਤ, ਜਦੋਂ ਗੁਰੂ ਦਇਆਲੂ ਹੁੰਦਾ ਹੈ ਨਾ, ਤਦੋਂ ਹੀ ਸਾਰੀਆਂ ਬਖਸ਼ਿਸ਼ਾਂ ਮਿਹਰਾਂ ਪ੍ਰਾਪਤ ਹੁੰਦੀਆਂ ਨੇ। ਤਿਆਰੀ ਸਾਨੂੰ ਕਰਨੀ ਪੈਂਦੀ ਹੈ। ਜੇ ਅਸੀਂ ਨਾਮ ਜਪਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਬਾਣੀ ਪੜ੍ਹਾਂਗੇ, ਗੁਰੂ ਵਾਲੇ ਬਣਾਂਗੇ, ਔਗਣਾਂ ਨੂੰ ਛੱਡਾਂਗੇ, ਇਹ ਸਾਡੀ ਤਿਆਰੀ ਹੈ। ਤਿਆਰੀ ਕਰਨੀ ਹੈ ਅਤੇ ਮਿਹਰ ਗੁਰੂ ਕਰਦਾ ਹੈ, ਮਿਲਾਪ ਵੀ ਗੁਰੂ ਕਰਾਉਂਦਾ ਹੈ, ਆਪ ਰਹਿਮਤ ਕਰਕੇ। ਨਾਨਕ ਕਉ ਗੁਰ ਭਏ ਦਇਆਲ। ਸਤਿਗੁਰੂ ਮਹਾਰਾਜ ਕਹਿੰਦੇ, ਸਾਡੇ ਤਾਈਂ ਤਾਂ ਭਾਈ ਸਾਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਤਿਗੁਰੂ ਮਹਾਰਾਜ ਆਪ ਦਇਆਲੂ ਹੋਏ ਹਨ। ਹੁਣ ਸਤਿਗੁਰੂ ਜੀ ਸਾਨੂੰ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੱਸਦੇ ਨੇ। ਜਿਸ ਪਰਮਾਤਮਾ ਦੇ ਨਾਮ ਨੂੰ ਸਿਮਰ ਕਰਕੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ। ਦੇਖੋ, ਬਾਹਰ ਇੱਕ ਸੂਰਜ ਹੈ, ਇੱਕ ਸੂਰਜ ਦੇ ਚੜ੍ਹਨ ਦੇ ਨਾਲ ਆ ਰਾਤ ਦਾ ਹਨੇਰਾ ਸਾਰਾ ਹੀ ਮਿਟ ਜਾਣਾ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ, ਜੇ ਸੋ ਚੰਦਾ ਉਗ ਵਹੇ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆ, ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਹਿਰਦੇ ਵਿੱਚ ਘੋਰ ਹਨੇਰਾ ਹੀ ਰਹਿੰਦਾ ਹੈ, ਬੇਸਮਝੀ ਰਹਿੰਦੀ ਹੈ। ਭਾਵੇਂ ਬਾਹਰ ਹਜ਼ਾਰਾਂ ਸੂਰਜ, 100 ਚੰਦਰਮਾ ਚੜ੍ਹ ਜਾਣ। ਕਿਉਂ? ਜੀਵ ਨੂੰ ਸਮਝਾਇਆ ਵੀ ਸਮਝ ਨਹੀਂ ਆਉਂਦੀ ਵੀ ਨਾਮ ਜਪ ਲਾਂ, ਸੇਵਾ ਕਰਨਾ। ਜੇ ਜਪਦਾ ਵੀ ਹੈ ਫਿਰ ਵੀ ਗਿਆਨ ਪ੍ਰਾਪਤ ਨਹੀਂ ਹੁੰਦਾ ਵੀ ਕਾਹਦੇ ਵਾਸਤੇ ਕਰਦਾ। ਉਹ ਦੁਨੀਆ ਦੇ ਪਦਾਰਥਾਂ ਨੂੰ ਹੀ ਮੰਗੀ ਜਾਂਦਾ ਹੈ। ਜਿੰਨਾ ਸਮਾਂ ਗਿਆਨ ਨਾ ਹੋਵੇ, ਉਹਨਾਂ ਸਮਾਂ ਸਾਧ ਸੰਗਤ ਦੁਨੀਆ ਦਾ ਮੋਹ ਮਾਇਆ ਨਹੀਂ ਛੁੱਟਦੀ। ਜੀਵ ਗੁਰੂ ਕੋਲ ਆ ਕਰਕੇ ਵੀ ਮਾਇਆ ਹੀ ਮੰਗਦੇ ਨੇ, ਮਾਇਆ ਦੇ ਸੁੱਖ ਹੀ ਮੰਗਦੇ ਹਨ, ਸੰਸਾਰ ਵਿੱਚ ਰਹਿਣਾ ਹੀ ਮੰਗਦੇ ਹਨ। ਗੁਰੂ ਤਾਂ ਸਾਡਾ ਜਨਮ ਮਰਨ ਮੇਟਣ ਵਾਲਾ ਹੈ ਨਾ, ਸਾਨੂੰ ਸੰਸਾਰ ਵਿੱਚੋਂ ਕੱਢਣ ਵਾਲਾ ਹੈ। ਪਰ ਇਹਨਾਂ ਨੂੰ ਸਮਝ ਹੀ ਇੰਨੀ ਹੁੰਦੀ ਹੈ ਕਿ ਅਸੀਂ ਸੰਸਾਰ 'ਚ ਹੀ ਸੁਖੀ ਰਹੀਏ ਬਸ। ਉਹ ਸੰਸਾਰ ਦੇ ਪਦਾਰਥਾਂ ਨੂੰ ਹੀ ਮੰਗੀ ਜਾਂਦੇ ਨੇ, ਲੰਮੀ ਉਮਰ ਮੰਗੀ ਜਾਂਦੇ ਨੇ, ਪਰਮਾਤਮਾ ਤੋਂ ਵਿਛੜਨਾ ਹੀ ਮੰਗਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ, ਗਿਆਨ ਤੋਂ ਬਿਨਾਂ ਸਮਝ ਨਹੀਂ ਆਉਂਦੀ। ਜਿਹੜੇ ਗੁਰਮੁਖ ਨੇ, ਉਹਨਾਂ ਨੇ ਸਤਿਗੁਰੂ ਮਹਾਰਾਜ ਨਾਲ ਮਿਲ ਕੇ ਨਾਮ ਨੂੰ ਜਪਣਾ ਕੀਤਾ ਹੈ।
ਗੁਰਮਤਿ ਧਾਰਨ ਕਰਕੇ ਫਿਰ ਉਹਨਾਂ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਕਿ ਪਰਮਾਤਮਾ ਤੋਂ ਬਿਨਾਂ ਸਾਰੇ ਵਸਤੂ, ਸਾਰੇ ਆਕਾਰ ਮਿਥਿਆ ਨੇ, ਇਹ ਸਥਿਰ ਰਹਿਣ ਵਾਲੇ ਨਹੀਂ ਹਨ। ਇਹਨਾਂ ਦਾ ਮੋਹ ਵੀ ਬੇਰਸੀ ਕਰਨ ਵਾਲਾ ਹੈ। ਇਹਨਾਂ ਦੇ ਸੁੱਖ ਵੀ ਇੱਕ ਸਮੇਂ ਦੁੱਖ ਵਿੱਚ ਬਦਲਣ ਵਾਲੇ ਨੇ। ਇਸ ਤਰ੍ਹਾਂ ਉਹਨੂੰ ਸੁਤੇ ਹੀ ਗਿਆਨ ਪ੍ਰਾਪਤ ਹੋ ਜਾਂਦਾ ਹੈ ਆਪਣੇ ਸਰੂਪ ਤੱਕ ਪਹੁੰਚਿਆ। ਮਹਾਰਾਜ ਕਹਿੰਦੇ ਜਿਸ ਸਿਮਰਤ ਮਨ ਹੋਏ ਪ੍ਰਗਾਸ, ਹੇ ਭਾਈ ਜਿਸ ਪਰਮਾਤਮਾ ਨੂੰ ਸਿਮਰ ਕਰਕੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਗਿਆਨ ਦਾ, ਤੇ ਜੀਵ ਦੇ ਸਾਰੇ ਹੀ ਕਲੇਸ਼ ਮਿਟ ਜਾਂਦੇ ਨੇ। ਝਗੜੇ, ਇੱਕ ਤਾਂ ਮਨ ਦਾ ਝਗੜਾ ਹੁੰਦਾ ਹੈ, ਇੱਕ ਬਾਹਰ ਸੰਸਾਰ ਝਗੜੇ ਪਏ ਨੇ। ਕੋਈ ਤਾਂ ਆਪਣੇ ਪਰਿਵਾਰ ਨਾਲ ਝਗੜੀ ਜਾਂਦਾ ਹੈ, ਕੋਈ ਬਾਹਰ ਲੋਕਾਂ ਨਾਲ ਝਗੜੀ ਜਾਂਦਾ ਹੈ, ਕੋਈ ਦੇਸ਼ ਨਾਲ ਝਗੜੀ ਜਾਂਦਾ ਹੈ। ਤੇ ਜਿਹਦਾ ਇਹ ਬਾਹਰੋਂ ਝਗੜਾ ਮੁੱਕ ਜੇ ਉਹ ਮਨ ਦੇ ਨਾਲ ਝਗੜੀ ਜਾਂਦਾ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਪਰ ਸਤਿਗੁਰੂ ਮਹਾਰਾਜ ਨੇ ਜਿਹੜੇ ਇਹ ਸਾਰੇ ਝਗੜੇ ਨੇ ਨਾ, ਉਹਨਾਂ ਦੇ ਸਾਰੇ ਹੀ ਮੇੜ ਦਿੱਤੇ, ਲੜਾਈਆਂ ਖਤਮ ਕਰ ਦਿੱਤੀਆਂ। ਸੁਖ ਸਹਿਜ ਨਿਵਾਸ, ਉਹਨਾਂ ਦਾ ਅਚੁੱਤ ਸੁੱਖ ਦੇ ਵਿੱਚ ਨਿਵਾਸ ਹੋ ਗਿਆ। ਜੋ ਆਪਣੀ ਸਹਿਜ ਅਵਸਥਾ ਹੈ ਨਾ, ਉੱਥੇ ਨਿਵਾਸ ਹੋ ਗਿਆ ਹੈ। ਉਹਨਾਂ ਨੇ ਆਤਮਿਕ ਸੁੱਖ ਨੂੰ ਪ੍ਰਾਪਤ ਕੀਤਾ ਹੈ। ਇਹ ਪ੍ਰਾਪਤ ਉਸ ਨੂੰ ਹੁੰਦੇ ਹਨ ਜਿਸ ਦੇ ਤਾਈਂ ਸਮਰੱਥ ਪਰਮਾਤਮਾ ਵਾਹਿਗੁਰੂ ਆਪ ਦਾਤਾ ਬਣ ਕੇ ਦਾਤ ਕਰ ਦਿੰਦਾ ਹੈ। ਜਿਨ੍ਹਾਂ ਨੇ ਭਾਈ ਪੂਰੇ ਸਤਿਗੁਰਾਂ ਦੀ ਸੇਵਾ ਪ੍ਰਾਪਤ ਕੀਤੀ ਹੈ, ਜਿਹੜੇ ਗੁਰਮੁਖ ਸਤਿਗੁਰਾਂ ਦੀ ਸ਼ਰਨ ਵਿੱਚ ਆ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ, ਗੁਰੂ ਦੀ ਸੇਵਾ ਕਰਦੇ ਨੇ। ਗੁਰੂ ਦੀ ਸੇਵਾ ਕਰਕੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਹੇ ਪ੍ਰਭੂ ਪਰਮਾਤਮਾ, ਤੇਰੇ ਨਾਮ ਕਰਕੇ ਸਾਰੇ ਹੀ ਸੁੱਖ ਨੇ, ਦੁਨੀਆ ਦੇ ਵੀ ਤੇ ਅੱਗੇ ਪਰਲੋਕ ਦੇ ਵੀ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੈ ਉਹਨਾਂ ਨੂੰ ਸਾਰੇ ਹੀ ਸੁੱਖ ਮਿਲ ਗਏ ਹਨ। ਮਹਾਰਾਜ ਕਹਿੰਦੇ ਹੇ ਮੇਰੇ ਮਨਾ, ਅਠੇ ਪਹਿਰ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਇਆ ਕਰ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜੋ ਵੀ ਫਿਰ ਇੱਛਾ ਕਰੇਗਾ ਤੂੰ ਮਨ ਵਿੱਚ, ਜੋ ਵੀ ਚਾਹਨਾ ਹੋਵੇਗੀ ਨਾ, ਉਹ ਸਾਰੇ ਹੀ ਫਲ ਤੈਨੂੰ ਮਿਲ ਜਾਣਗੇ। ਇਸ ਲਈ ਭਾਈ ਤੂੰ ਹਰੀ ਪਰਮਾਤਮਾ ਦੇ ਨਾਮ ਦਾ ਹਿਰਦੇ 'ਚ ਪਿਆਰ ਪੈਦਾ ਕਰ, ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਕਰ। ਨਾਮ ਕਰਕੇ ਕਿੰਨੇ ਸੁੱਖ ਹੁੰਦੇ ਨੇ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਣ ਪਿਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਦੇਖੋ ਇੱਕ ਵਾਰ ਸੁੱਖ ਆ ਗਿਆ ਨਾ ਜ਼ਿੰਦਗੀ ਵਿੱਚ ਨਾਮ ਕਰਕੇ, ਤੇ ਦੁਬਾਰਾ ਦੁੱਖ ਨਹੀਂ ਬਣਦਾ। ਫਿਰ ਆਹ ਦੁਨੀਆ ਦੇ ਦੁੱਖ ਤਾਂ ਸੁੱਖ ਵਿੱਚ ਬਦਲ ਜਾਂਦੇ ਨੇ, ਦੁੱਖ ਤੇ ਸੁੱਖ ਦੁੱਖ ਵਿੱਚ ਬਦਲ ਜਾਂਦੇ ਨੇ। ਪਰ ਪਰਮਾਤਮਾ ਦੇ ਨਾਮ ਕਰਕੇ ਜਿਹੜਾ ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਟਿਕਾ ਮਿਲਦਾ ਹੈ, ਸਾਧ ਸੰਗਤ ਜੇ ਇੱਕ ਵਾਰ ਹਿਰਦੇ 'ਚ ਆ ਜਾਵੇ ਨਾ ਤੇ ਉਹ ਜਾਂਦਾ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਹਰ ਕਾ ਨਾਮ ਮਨ ਵਸਾਏ, ਹਰੀ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾਉਣਾ ਕਰ। ਤੇਰਾ ਜਿਹੜਾ ਦੁਨੀਆ ਵਿੱਚ ਆਉਣਾ ਹੈ ਜਨਮ ਲੈ ਕੇ, ਮਰ ਕੇ ਜਾਣਾ ਹੈ, ਇਹ ਰਹਿ ਜਾਵੇਗਾ, ਖਤਮ ਹੋ ਜਾਵੇਗਾ। ਜੇ ਤੂੰ ਚਾਹੁੰਦਾ ਹੈ ਨਾ ਵੀ ਮੈਂ ਇਸੇ ਜਨਮ ਨੂੰ ਸਫਲ ਕਰਕੇ ਪਰਮਾਤਮਾ ਤੱਕ ਪਹੁੰਚ ਜਾ, ਤੇ ਜਿਹੜਾ ਮੇਰਾ ਆਵਾਗਾਉਣ ਦਾ ਚੱਕਰ ਹੈ, ਵਾਰ-ਵਾਰ ਜਨਮ ਲੈਣਾ ਮਰਨਾ, ਇਹ ਖਤਮ ਹੋ ਜਾਵੇ। ਸਾਧ ਸੰਗਤ ਕੋਈ ਜਦੋਂ ਬੱਚਾ ਪੜ੍ਹਾਈ ਕਰਦਾ ਨਾ ਸਕੂਲ ਦੇ ਵਿੱਚ, ਉਹ ਨਰਸਰੀ ਤੋਂ ਲੈ ਕਰਕੇ ਪਹਿਲੀ ਕਲਾਸ, ਹੌਲੀ ਹੌਲੀ 10ਵੀਂ ਤੋਂ ਅੱਗੇ +2 ਕਰਦਾ ਹੋਇਆ ਡਿਗਰੀਆਂ ਤੱਕ ਪਹੁੰਚ ਜਾਂਦਾ ਹੈ।
ਤੇ ਜੇ ਉਹਨੂੰ ਕਹੀਏ ਵੀ ਹੁਣ ਤੈਨੂੰ ਅਸੀਂ ਕੱਲ੍ਹ ਨੂੰ ਫੇਰ ਨਰਸਰੀ 'ਚ ਪਾਉਣਾ ਹੈ, ਤੂੰ ਫੇਰ ਸ਼ੁਰੂ ਤੋਂ ਪੜ੍ਹਾਈ ਕਰਨੀ ਹੈ, ਤੇ ਉਹ ਜਾਵੇਗਾ ਹੀ ਨਹੀਂ। ਉਹ ਕਹੇਗਾ ਕਾਹਦੇ ਵਾਸਤੇ, ਜੇ ਉਹਨੂੰ ਗਿਆਨ ਮਿਲ ਜੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਜੀਵ ਦੇਖੋ ਸੰਸਾਰ ਵਿੱਚ ਆ ਕੇ ਬਚਪਨ ਤੋਂ ਲੈ ਕੇ ਸਾਰੀ ਉਮਰ ਭੋਗਦਾ ਬੁਢੇਪੇ ਤੱਕ, ਤੇ ਸੋਚਦਾ ਵੀ ਮੈਂ ਛੁੱਟ ਗਿਆ, ਪਰ ਨਹੀਂ, ਕਿਉਂਕਿ ਇਹਦੇ ਕਰਮ ਹੋਰ ਪਏ ਨੇ। ਕਰਮਾਂ ਕਰਕੇ ਫਿਰ ਇਹਨੂੰ ਬੱਚਾ ਬਣਨਾ ਪੈਂਦਾ ਹੈ। ਬੱਚਾ ਬਣ ਕੇ ਫਿਰ ਸਾਰੀ ਉਮਰ ਕਮਾਈਆਂ ਕਰਦਾ ਹੈ, ਫਿਰ ਬੁੱਢਾ ਹੋ ਕੇ ਫਿਰ ਸੰਸਾਰ ਤੋਂ ਚਲਿਆ ਜਾਂਦਾ ਹੈ। ਜੇ ਕਰਮ ਨਹੀਂ ਛੁੱਟੇ ਫਿਰ ਬੱਚਾ ਬਣਨਾ ਪੈਂਦਾ। ਔਰ ਇਸ ਤਰ੍ਹਾਂ ਪਤਾ ਹੀ ਨਹੀਂ ਕਿੰਨੇ ਵਾਰ ਇਹਨੇ ਬਚਪਨ ਪ੍ਰਾਪਤ ਕੀਤਾ, ਕਿੰਨੇ ਵਾਰ ਜਵਾਨੀ, ਕਿੰਨੇ ਵਾਰ ਇਹ ਬਜ਼ੁਰਗ ਹੋ ਚੁੱਕਿਆ। ਜਿੰਨੇ ਵਾਰ ਇਹਨੂੰ ਸਰੀਰ ਮਿਲਿਆ ਓਨੇ ਵਾਰ ਇਹਨੂੰ ਇਹ ਚੱਕਰ ਵਿੱਚੋਂ ਲੰਘਣਾ ਹੀ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਇਸ ਚੱਕਰ ਨੂੰ ਖਤਮ ਹੀ ਕਰਨਾ ਚਾਹੁੰਦਾ ਨਾ, ਤਾਂ ਨਾਮ ਨੂੰ ਹਿਰਦੇ 'ਚ ਵਸਾ ਲੈ। ਨਾਮ ਸਦਾ ਟਿਕਿਆ ਰਹਿਣ ਵਾਲਾ ਹੈ, ਤੂੰ ਵੀ ਟਿਕ ਜਾਵੇਂਗਾ ਭਾਈ। ਆਵਣ ਜਾਣ ਰਹੇ, ਤੇਰਾ ਦੁਨੀਆ ਵਿੱਚ ਆਉਣਾ ਜਾਣਾ ਇਹ ਚੱਕਰ ਰਹਿ ਜਾਵੇਗਾ। ਹਰ ਧਿਆਏ, ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਭਗਤ ਭਾਏ ਪ੍ਰਭ ਕੀ ਲਗ ਲਾਏ। ਪ੍ਰੇਮਾ ਭਗਤੀ ਕਰਿਆ ਕਰ, ਪ੍ਰੇਮ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰ ਨਿਮਾਣਾ ਹੋ ਕੇ। ਔਰ ਪ੍ਰਭੂ ਪਰਮਾਤਮਾ ਦੇ ਨਾਲ ਆਪਣੇ ਚਿੱਤ ਦੀ ਲਿਵ ਨੂੰ ਜੋੜਨਾ ਕਰ। ਦਿਲ ਤੇ ਕਾਮ ਕ੍ਰੋਧ ਅਹੰਕਾਰ। ਫਿਰ ਤੇਰੇ ਹਿਰਦੇ ਵਿੱਚੋਂ ਕਾਮ ਕ੍ਰੋਧ ਹੰਕਾਰ ਸਾਰੇ ਨਾਸ ਹੋ ਜਾਣਗੇ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਲਿਵ ਲਾਈ ਹੈ ਨਾ, ਉਹਨਾਂ ਦੇ ਸਾਰੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਨਾਸ ਹੋ ਗਏ ਹਨ। ਮਾਇਆ ਮੋਹ ਪਿਆਰ। ਉਹਦੇ ਹਿਰਦੇ ਵਿੱਚੋਂ ਜਿਹੜਾ ਮਾਇਆ ਦਾ ਮੋਹ ਹੈ, ਪਿਆਰ ਹੈ, ਇਹ ਟੁੱਟ ਜਾਂਦਾ ਹੈ। ਫਿਰ ਉਹਨੂੰ ਮਾਇਆ ਸੱਚੀ ਨਹੀਂ ਭਾਸਦੀ। ਫਿਰ ਉਹਦੇ ਕੋਲ ਭਾਵੇਂ ਢੇਰ ਲੱਗੇ ਪਏ ਹੁਣ ਮਾਇਆ ਦੇ, ਤਾਂ ਵੀ ਉਹ ਹੈਰਾਨ ਨਹੀਂ ਹੁੰਦਾ ਮਾਇਆ ਦੇ ਸੁੱਖਾਂ ਨੂੰ ਦੇਖ ਕੇ। ਇੱਕ ਸਮੇਂ ਸਾਧ ਸੰਗਤ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਤੁਰੇ ਜਾਂਦੇ, ਮਨ ਵਿੱਚ ਖਿਆਲ ਪੈਦਾ ਹੋ ਗਿਆ ਵੀ ਸਤਿਗੁਰੂ ਜੀ ਆਪ ਦੀ ਵੀ ਪੂਜਾ ਕਰਾਉਂਦੇ ਰਹਿੰਦੇ ਆ, ਤੇ ਮੇਰੀ ਤਾਂ ਕਦੇ ਪੂਜਾ ਕਰਾਈ ਹੋਈ ਨਹੀਂ, ਮੈਨੂੰ ਤਾਂ ਕਿਸੇ ਨੇ ਮੱਥਾ ਟੇਕਿਆ ਹੀ ਨਹੀਂ। ਇੱਕ ਸਤਿਗੁਰੂ ਮਹਾਰਾਜ ਅੰਤਰਜਾਮੀ ਸਭ ਕੁਝ ਜਾਣਦੇ ਨੇ। ਇੱਕ ਨਗਰ ਵਿੱਚ ਪਹੁੰਚੇ, ਸਤਿਗੁਰੂ ਮਹਾਰਾਜ ਬਾਹਰ ਬੈਠ ਗਏ, ਕਹਿਣ ਲੱਗੇ ਮਰਦਾਨਿਆਂ ਜਾ ਹੁਣ ਤੂੰ ਨਗਰ 'ਚ ਜਾ ਭਾਈ, ਸਾਰੇ ਤੇਰੀ ਪੂਜਾ ਕਰਨਗੇ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, ਨਗਰ ਵਿੱਚ ਗਏ ਨੇ। ਜਾਂਦਿਆਂ ਹੀ ਲੋਕਾਂ ਨੇ ਦੇਖਿਆ ਵੀ ਕੋਈ ਫਕੀਰ ਮਹਾਤਮਾ ਆਏ ਨੇ, ਸਾਰੇ ਨਿਮਰਤਾ ਨਾਲ ਮਿਲਣੇ ਸ਼ੁਰੂ ਹੋ ਗਏ। ਕੋਈ ਪਦਾਰਥ ਲੈ ਕੇ ਆਉਂਦਾ, ਕੋਈ ਧਨ ਲੈ ਕੇ ਆਉਂਦਾ, ਕੋਈ ਕੱਪੜੇ ਲੈ ਕੇ ਆਉਂਦਾ। ਇਸ ਤਰ੍ਹਾਂ ਭਾਈ ਮਰਦਾਨਾ ਜੀ ਕੋਲ ਮਾਇਆ ਦਾ ਵੀ ਢੇਰ ਲੱਗ ਗਿਆ, ਕੱਪੜਿਆਂ ਦਾ ਵੀ, ਪਦਾਰਥਾਂ ਦਾ ਵੀ। ਤੇ ਭਾਈ ਮਰਦਾਨਾ ਜੀ ਨੂੰ ਸ਼ਾਮ ਨੂੰ ਮਨ 'ਚ ਫੁਰਿਆ ਵੀ ਹੁਣ ਸਤਿਗੁਰੂ ਜੀ ਤਾਂ ਬਾਹਰ ਬੈਠੇ ਨੇ ਤੇ ਮੈਂ ਇੱਥੇ ਹੀ ਮਾਇਆ 'ਚ ਉਲਝਿਆ ਪਿਆ। ਉਸ ਸਮੇਂ ਤੁਰਨ ਲੱਗੇ ਸਾਧ ਸੰਗਤ, ਤੇ ਲੋਕਾਂ ਨੇ ਕਿਹਾ ਜੀ ਆਹ ਵੀ ਸਮਾਨ ਨਾਲ ਲੈ ਜਾਓ। ਤੇ ਭਾਈ ਮਰਦਾਨਾ ਜੀ ਕਹਿੰਦੇ ਫਿਰ ਠੀਕ ਹੈ ਭਾਈ, ਇਕੱਠਾ ਬੰਨ੍ਹ ਲਓ। ਤੇ ਭਾਈ ਸਾਹਿਬ ਜੀ ਨੇ ਦੂਜਿਆਂ ਦੇ ਸਿਰਾਂ 'ਤੇ ਰਖਾ ਦਿੱਤੀਆਂ ਤੇ ਆਪ ਮੂਹਰੇ ਮੂਹਰੇ ਤੁਰ ਆਏ। ਜਿੱਥੇ ਸਤਿਗੁਰੂ ਮਹਾਰਾਜ ਬੈਠੇ ਸਨ ਉੱਥੇ ਆ ਗਏ। ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਮਰਦਾਨਿਆਂ ਪੂਜਾ ਬਹੁਤ ਹੋਈ। ਕਹਿੰਦੇ ਮਹਾਰਾਜ ਬੜੀ ਕਿਰਪਾ ਹੋਈ। ਸਤਿਗੁਰੂ ਮਹਾਰਾਜ ਕਹਿੰਦੇ ਕੀ ਕੰਮ ਆਉਣੀ ਹੈ? ਮਹਾਰਾਜ ਰਸਤੇ 'ਚ ਕੰਮ ਆ ਜਾਓ। ਸਤਿਗੁਰੂ ਕਹਿੰਦੇ ਭਾਈ ਜਿੱਥੇ ਇਹ ਮਿਲਿਆ ਉੱਥੇ ਹੋਰ ਇਹੋ ਜਿਹੇ ਮਿਲ ਜਾਣਗੇ। ਤਾਂ ਉਸ ਸਮੇਂ ਸਾਧ ਸੰਗਤ ਭਾਈ ਮਰਦਾਨਾ ਜੀ ਨੇ ਕੁਝ ਕੁ ਮਾਇਆ ਆਪਣੇ ਗੀਸਿਆਂ 'ਚ ਪਾ ਲਈ ਤੇ ਬਾਕੀ ਸਤਿਗੁਰਾਂ ਦੇ ਕਹਿਣ 'ਤੇ ਉੱਥੇ ਛੱਡ ਦਿੱਤੀ। ਜਦੋਂ ਤੁਰਨ ਲੱਗੇ ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਸੋਨੇ ਦੀ ਧਰਤੀ ਤੋਂ ਚੱਲ ਕੇ ਆਇਆ, ਸੋਨੇ ਧਰਤੀ 'ਤੇ ਜਿੱਥੇ ਸੋਨਾ ਹੀ ਸੋਨਾ ਸੀ, ਪਰ ਅੱਜ ਇੱਥੇ ਤੈਨੂੰ ਇਹਨਾਂ ਰੁਪਈਆਂ ਨੇ ਮੋਹ ਲੈਣਾ ਕੀਤਾ। ਉਸ ਸਮੇਂ ਉਹ ਰੁਪਈਏ ਵੀ ਸਾਧ ਸੰਗਤ ਆਪਣੇ ਗੀਸੇ ਵਿੱਚੋਂ ਕੱਢ ਕੇ ਸੁੱਟ ਦਿੱਤੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰਮੁਖ ਹਨ ਉਹਨਾਂ ਦੇ ਜੀਵਨ 'ਤੇ ਵਾਹਿਗੁਰੂ ਪਰਮਾਤਮਾ ਦੀ ਇੰਨੀ ਕਿਰਪਾ ਹੁੰਦੀ ਹੈ, ਉਹਨਾਂ ਕੋਲ ਮਾਇਆ ਦੇ ਢੇਰ ਵੀ ਲੱਗੇ ਜਾਣ ਉਹ ਮੋਹ ਨਹੀਂ ਕਰਦੇ, ਮਾਇਆ ਨੂੰ ਸੱਤ ਨਹੀਂ ਸਮਝਦੇ। ਮਨਮੁਖ ਜੀਵ ਤਾਂ ਮਾਇਆ ਭਾਵੇਂ ਬੈਂਕਾਂ 'ਚ ਪਈ ਹੋਵੇ, ਉਹਨਾਂ ਦਾ ਧਿਆਨ ਹੀ ਉੱਥੇ ਰਹਿੰਦਾ ਵੀ ਸਾਡੀ ਮਾਇਆ ਉੱਥੇ ਪਈ ਹੈ, ਫਲਾਣੇ ਤੋਂ ਮੈਂ ਇੰਨੀ ਲੈਣੀ ਹੈ, ਫਲਾਣੇ ਨੂੰ ਇੰਨੀ ਦੇਣੀ ਹੈ, ਉਹਦੀ ਮਾਇਆ ਵਿੱਚ ਹੀ ਚਿਤਮਣੀ ਜੁੜੀ ਰਹਿੰਦੀ ਹੈ। ਪਰ ਜਿਹੜੇ ਗੁਰਮੁਖ ਨੇ ਉਹ ਮਾਇਆ ਨਾਲ ਮੋਹ ਨਹੀਂ ਕਰਦੇ। ਕਿਉਂ? ਪਰਮਾਤਮਾ ਨੇ ਆਪ ਤੋੜਿਆ ਮੋਹ ਉਹਨਾਂ ਦਾ, ਬੰਦੇ ਦੇ ਵੱਸ ਵਿੱਚ ਕੁਝ ਨਹੀਂ। ਹਾਂ ਅਸੀਂ ਜੇ ਨਾਮ ਨੂੰ ਜਪਾਂਗੇ ਸਾਧ ਸੰਗਤ, ਨਾਮ ਨਾਲ ਪਿਆਰ ਪਾਵਾਂਗੇ, ਫਿਰ ਵਾਹਿਗੁਰੂ ਸਾਡੇ 'ਤੇ ਕਿਰਪਾ ਕਰੇਗਾ। ਜਦੋਂ ਅਸੀਂ ਨਾਮ ਦੀ ਮਹਿਮਾ ਨੂੰ ਜਾਣਦੇ ਹਾਂ,
ਜਦੋਂ ਸਾਨੂੰ ਪਤਾ ਲੱਗ ਗਿਆ ਨਾ ਵੀ ਨਾਮ ਇੰਨਾ ਮਹਾਨ ਹੈ ਤੇ ਮਾਇਆ ਤੁੱਛ ਹੈ, ਮਾਇਆ ਛੋਟੀ ਜਿਹੀ ਚੀਜ਼ ਹੈ ਪਰਮਾਤਮਾ ਦੇ ਸਾਹਮਣੇ, ਉਦੋਂ ਪਰਮਾਤਮਾ ਨੇ ਸਾਨੂੰ ਨਾਮ ਦੀ ਬਰਕਤ, ਨਾਮ ਦੀ ਬਖਸ਼ਿਸ਼ ਕਰਨੀ ਹੈ। ਸੋ ਟੂਟੇ ਮਾਇਆ ਮੋਹ ਪਿਆਰ, ਉਹਨਾਂ ਦਾ ਜਿਹੜਾ ਮਾਇਆ ਵਿੱਚ ਮੋਹ ਹੈ, ਪਿਆਰ ਬਣਨਾ ਹੈ, ਇਹ ਸਾਰਾ ਹੀ ਪਰਮਾਤਮਾ ਨੇ ਤੋੜ ਦੇਣਾ ਕੀਤਾ। ਪ੍ਰਭ ਕੀ ਟੇਕ ਰਹਿ ਦਿਨ ਰਾਤ। ਉਹ ਗੁਰਮੁਖ ਜੀਵਨ ਬਤੀਤ ਕਿਵੇਂ ਕਰਦੇ ਨੇ? ਪ੍ਰਭੂ ਪਰਮਾਤਮਾ ਦੇ ਆਸਰੇ। ਵਾਹਿਗੁਰੂ ਜੋ ਸਾਨੂੰ ਦੇਵੇਗਾ, ਹੈ ਤਾਂ ਸਭ ਕੁਝ ਉਹੀ ਦਿੰਦਾ ਨਾ। ਦੇਖੋ ਸਵਾਸ ਕਿੰਨੇ ਕੀਮਤੀ ਨੇ, ਤੇ ਕਦੇ ਅਸੀਂ ਆਪਣੇ ਸਵਾਸਾਂ ਦਾ ਫਿਕਰ ਕੀਤਾ ਵੀ ਮੈਂ ਕੱਲ੍ਹ ਨੂੰ ਵੀ ਸਵਾਸ ਲੈਣੇ ਨੇ, ਪਰਸੋਂ ਵੀ ਲੈਣੇ ਨੇ, ਕਿਵੇਂ ਜਿਉਂਦਾ ਰਹਾਂਗਾ ਸਵਾਸਾਂ ਤੋਂ ਬਿਨਾਂ? ਜਦੋਂ ਅਸੀਂ ਕਿਤੇ ਇੱਥੋਂ ਕਿਤੇ ਦੂਰ ਜਾਈਏ, ਕਿਤੇ ਫਿਕਰ ਕਰਦੇ ਹਾਂ ਵੀ ਉੱਥੇ ਸਵਾਸ ਕਿਵੇਂ ਲਵਾਂਗੇ? ਕੋਈ ਇਸ ਤਰ੍ਹਾਂ ਮਨ 'ਚ ਕਿਉਂ? ਪਤਾ ਹੈ ਪਰਮਾਤਮਾ ਨੇ ਸਭ ਥਾਵਾਂ 'ਤੇ ਸਾਨੂੰ ਇਹ ਜਿਹੜੀ ਸਵਾਸ ਲੈਣ ਵਾਸਤੇ ਹਵਾ ਹੈ ਰੱਖੀ ਹੋਈ ਹੈ, ਸਾਨੂੰ ਕਿਤੇ ਜ਼ਰੂਰਤ ਨਹੀਂ ਇਸ ਨੂੰ ਲਿਜਾਣ ਦੀ। ਸੋ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਇੰਨੇ ਧਿਆਨੀ ਹੋ ਜਾਂਦੇ ਨੇ, ਪਰਮਾਤਮਾ ਨਾਲ ਇੰਨੇ ਮਿਲ ਜਾਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਭ ਕੁਝ ਹੈ ਹੀ ਉਹਦੇ ਆਸਰੇ, ਸਭ ਕੁਝ ਉਹੀ ਕਰਨ ਵਾਲਾ ਹੈ। ਪ੍ਰਭ ਕੀ ਟੇਕ ਰਹਿ ਦਿਨ ਰਾਤ, ਉਹ ਦਿਨ ਰਾਤ ਪ੍ਰਭੂ ਪਰਮਾਤਮਾ ਦੀ ਟੇਕ ਆਸਰੇ ਰਹਿੰਦੇ ਹਨ। ਪਰ ਭਾਈ ਇਹ ਉਸ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਜਿਹਨੂੰ ਪਾਰ ਬ੍ਰਹਮ ਪਰਮਾਤਮਾ ਆਪ ਇਹ ਦਾਤ ਦੇ ਦਿੰਦਾ ਹੈ। ਉਹ ਪਰਮਾਤਮਾ ਪਰਮੇਸ਼ਰ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ ਤੇ ਜੀਵਾਂ ਤੋਂ ਸਾਰੇ ਕਾਰਜ ਕਰਾਉਣ ਵਾਲਾ ਮਾਲਕ ਹੈ। ਕਰਨ ਦਾ ਵੀ ਕਾਰਨ ਹੈ, ਜਿਵੇਂ ਕੋਈ ਕਾਰਨ ਬਣ ਜਾਂਦਾ ਹੈ ਨਾ, ਉਹਨੂੰ ਵੀ ਅੱਗੇ ਉਹ ਆਪ ਹੀ ਕਰਨ ਵਾਲਾ ਹੈ। ਔਰ ਸਾਰੇ ਹਿਰਦਿਆਂ ਦਾ ਉਹ ਅੰਤਰਜਾਮੀ ਹੈ, ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਐਸੇ ਵਾਹਿਗੁਰੂ ਪਰਮਾਤਮਾ ਨੇ ਆਪ ਕਿਰਪਾ ਕਰਕੇ ਭਗਤਾਂ ਨੂੰ, ਗੁਰਮੁਖਾਂ ਨੂੰ ਆਪਣੀ ਸੇਵਾ ਵਿੱਚ ਲਾਉਣਾ ਕੀਤਾ ਹੈ। ਹੇ ਪ੍ਰਭੂ ਸਾਡੇ 'ਤੇ ਕਿਰਪਾ ਰਹਿਮਤ ਕਰ, ਸਾਨੂੰ ਵੀ ਆਪਣੀ ਸੇਵਾ ਵਿੱਚ ਲਾ ਲਓ। ਨਾਨਕ ਦਾਸ ਤੇਰੀ ਸ਼ਰਨ ਆਏ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਬੇਨਤੀ ਕਰੀਏ, ਹੇ ਪ੍ਰਭੂ ਅਸੀਂ ਆਪ ਜੀ ਦੇ ਦਾਸ ਹਾਂ, ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਹਾਂ, ਸਾਨੂੰ ਆਪਣੀ ਸ਼ਰਨ ਵਿੱਚ ਰੱਖੋ, ਸਾਡੇ ਮਨ ਨੂੰ ਆਪਣੇ ਚਰਨਾਂ ਨਾਲ ਜੋੜੋ, ਨਾਮ ਬਾਣੀ ਦਾ ਅਭਿਆਸ ਬਖਸ਼ੋ, ਵਿਕਾਰਾਂ ਤੋਂ ਛੁਡਾਓ, ਸਤ ਸੰਗਤ ਵਿੱਚ ਰਹਿਣ ਵਾਸਤੇ ਸਾਨੂੰ ਥਾਂ ਬਖਸ਼ੋ। ਇਹ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ। ਨਿਮਾਣੇ ਬਣ ਕੇ ਬੇਨਤੀ ਕਰੀਏ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਸਾਰੇ ਭੈ ਦੂਰ ਹੋ ਜਾਂਦੇ, ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਉਹ ਸੁੱਖ ਜਿਹੜਾ ਕਦੇ ਦੁੱਖ ਵਿੱਚ ਨਹੀਂ ਬਦਲਦਾ। ਇਸ ਲਈ ਭਾਈ ਨਾਮ ਬਾਣੀ ਵਾਲਾ ਜੀਵਨ ਬਣਾਈਏ, ਬਾਣੀ ਪੜ੍ਹਿਆ ਕਰੋ ਵੱਧ ਤੋਂ ਵੱਧ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਆਪ ਵੀ ਬਾਣੀ ਨਾਲ ਜੁੜੋ। ਅਸੀਂ ਕਈ ਵਾਰ ਸੋਚ ਲੈਂਦੇ ਵੀ ਸਾਡੇ ਬੱਚੇ ਤਾਂ ਗੁਰਸਿੱਖ ਹੋਣੇ ਚਾਹੀਦੇ ਹੈ, ਅਸੀਂ ਜਿਹੜਾ ਕੁਛ ਮਰਜ਼ੀ ਕਰੀ ਜਾਈਏ। ਨਹੀਂ, ਜੇ ਆਪ ਵੀ ਜੁੜਾਂਗੇ ਫੇਰ ਹੀ ਬੱਚੇ ਜੁੜਨੇ ਆ, ਆਪਣਾ ਪਰਿਵਾਰ ਜੁੜਨਾ ਹੈ। ਆਪਣੇ ਪਰਿਵਾਰ ਦੀ ਫੁਲਵਾੜੀ ਨੂੰ ਆਪ ਸਾਂਭੀਏ, ਔਰ ਉਹ ਤਦੋਂ ਹੀ ਸਾਂਭੀ ਜਾਵੇਗੀ ਜਦੋਂ ਸਾਡੇ ਸਿਰ 'ਤੇ ਸਾਡਾ ਮਾਲਕ ਹੋਵੇਗਾ। ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਆਪਣੇ ਗੁਰੂ ਨੂੰ ਆਪਣਾ ਮਾਲਕ ਬਣਾਓ, ਨਾਮ ਬਾਣੀ ਨਾਲ ਜੁੜੀਏ। ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ। ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਣਾਏ। ਵਾਹਿਗੁਰੂ ਜੀ ਕਾ